ਸਰਬ ਕਲਾ ਸਮਰੱਥ ਗਰੀਬ ਨਵਾਜ ਸਤਿਗੁਰੂ ਚਾਵਰ ਛਤਰ ਤਖਤ ਦੇ ਮਾਲਕ ਹਲਤ ਪਲਤ ਦੇ ਰਖਵਾਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਜੋ ਰਾਤਰੀ ਦੇ ਦੀਵਾਨ 'ਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿੱਥੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ, ਕੁਝ ਚਿਰ ਗੁਰਮਤਿ ਵਿਚਾਰਾਂ ਦੀ ਸਾਂਝ ਕਰਾਂਗੇ। ਤਰਕਾਲਾਂ ਦਾ ਵੇਲਾ, ਇੱਕ ਸਟੇਸ਼ਨ ਤੇ ਆ ਕੇ ਇੱਕ ਟ੍ਰੇਨ ਰੁਕਦੀ ਹੈ। ਮੁਸਾਫਰ ਉਤਰਦੇ ਨੇ, ਆਪੋ ਆਪਣੇ ਇਲਾਕਿਆਂ ਨੂੰ ਤੁਰ ਪੈਂਦੇ ਨੇ। ਕੁਝ ਉਹ ਵੀ ਮੁਸਾਫਰ ਨੇ ਜਿਨ੍ਹਾਂ ਦੇ ਘਰ ਦੂਰ ਨੇ, ਹਨੇਰਾ ਹੋਣ ਵਾਲਾ ਹੈ, ਸੋਚਾਂ ਵਿੱਚ ਪੈ ਕੇ ਕਿ ਇਸ ਵੇਲੇ ਕਿੱਧਰ ਨੂੰ ਜਾਵਾਂਗੇ। ਕਿਸੇ ਨੇ ਦੱਸਿਆ ਕਿ ਨੇੜੇ ਇੱਕ ਸਰਾਂ ਹੈ, ਉੱਥੇ ਚਲੇ ਜਾਓ, ਬੜਾ ਸੋਹਣਾ ਰਹਿਣ ਦਾ ਉੱਥੇ ਪ੍ਰਬੰਧ ਹੈ। ਕੋਈ 2-4 ਪਰਿਵਾਰ ਰਿਕਸ਼ੇ ਟਾਂਗੇ ਲੈ ਕੇ ਉਸ ਸਰਾਂ ਵੱਲ ਨੂੰ ਚੱਲ ਪਏ। ਸਰਾਂ ਦੇ ਸੇਵਾਦਾਰਾਂ ਨੂੰ ਮਿਲਦੇ ਨੇ, ਸੇਵਾਦਾਰ ਉਹਨਾਂ ਨੂੰ ਕਮਰੇ ਦਿੰਦੇ ਨੇ। ਬੜੀ ਸੋਹਣੀ ਸਰਾਂ ਹੈ, ਸਾਫ ਸੁਥਰੀ ਹੈ। ਇੱਕ ਪਰਿਵਾਰ ਜਦ ਕਮਰੇ 'ਚ ਵੜਦਾ ਹੈ, ਘਰ ਵਾਲੇ ਨੇ ਸੋਚਿਆ ਕਿ ਕਮਰੇ ਨੂੰ ਹੋਰ ਸਾਫ ਕਰ ਲਈਏ, ਪਰ ਜੀਵਨ ਸਾਥਣ ਕਹਿਣ ਲੱਗੀ ਇਹ ਕਿਹੜਾ ਆਪਣਾ ਘਰ ਹੈ, ਰਾਤ ਹੀ ਤੇ ਕੱਟਣੀ ਹੈ, ਸਵੇਰੇ ਅਸੀਂ ਚਲੇ ਜਾਣਾ, ਆਰਾਮ ਨਾਲ ਪਾਓ ਤੇ ਚਲੀਏ। ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਏ ਪੈ ਗਏ, ਜੋ ਖਾਧਾ ਪੀਤਾ ਉੱਥੇ ਖਲਾਰਾ ਪਾ ਕੇ ਸਵੇਰ ਨੂੰ ਉੱਠ ਕੇ ਚਲੇ ਜਾਂਦੇ ਨੇ। ਇੱਕ ਹੋਰ ਪਰਿਵਾਰ ਨੇੜੇ ਠਹਿਰੇ ਹੈ। ਸਰਾਂ ਦੇ ਅੰਦਰ ਪ੍ਰਬੰਧ ਦੇਖ ਕੇ ਕੁਦਰਤੀ ਮੂੰਹ ਤੋਂ ਇੱਕ ਖਿਆਲ ਨਿਕਲਦਾ ਹੈ ਕਿ ਕਿਸੇ ਨੇ ਕਿੰਨਾ ਵਧੀਆ ਪ੍ਰਬੰਧ ਕੀਤਾ ਹੈ, ਕਿੰਨੇ ਸੋਹਣੇ ਕਮਰੇ ਨੇ, ਪਾਣੀ ਦਾ, ਬਾਥਰੂਮ ਦਾ ਸਿਸਟਮ ਹੈ, ਸਾਫ ਸਫਾਈ ਹੈ, ਲਾਈਟ ਦਾ ਪ੍ਰਬੰਧ ਹੈ। ਹੋ ਸਕਦਾ ਕਿ ਕਈ ਲੋਕਾਂ ਨੂੰ ਘਰਾਂ 'ਚ ਵੀ ਇਹੋ ਜਿਹੀ ਸਹੂਲਤ ਨਾ ਹੋਵੇ ਜਿਹੜੀ ਇੱਥੇ ਮਿਲੀ ਹੈ। ਮਨ 'ਚ ਖਿਆਲ ਆਇਆ ਕਿ ਕਿਤੇ ਕਿੰਨੀ ਬਖਸ਼ਿਸ਼ ਕੀਤੀ ਰੱਬ ਨੇ ਇਹੋ ਜਿਹੇ ਲੋਕਾਂ 'ਤੇ, ਜਿਨ੍ਹਾਂ ਨੇ ਲੋਕਾਂ ਦੇ ਸੁੱਖਾਂ ਲਈ ਇਹੋ ਜਿਹੇ ਕਾਰਜ ਕੀਤੇ ਨੇ। ਜੀਵਨ ਸਾਥਣ ਨੇ ਇੱਕ ਗੱਲ ਕਹੀ ਕਿ ਜਿਨ੍ਹਾਂ ਨੂੰ ਰੱਬ ਨੇ ਸਮਰੱਥਾ ਦਿੱਤੀ ਉਹਨਾਂ ਨੇ ਸਰਾਵਾਂ ਬਣਾ ਦਿੱਤੀਆਂ, ਪਰ ਜੇ ਸਾਡੇ 'ਚ ਸਰਾਂ ਦੀ ਸਮਰੱਥਾ ਨਹੀਂ, ਜਿੱਥੇ ਠਹਿਰੇ ਇਹਨੂੰ ਹੀ ਸਾਫ਼ ਕਰ ਦਈਏ। ਕਮਰੇ ਨੂੰ ਸਾਫ਼ ਕੀਤਾ, ਐਨ ਚੰਗੀ ਤਰ੍ਹਾਂ ਸੋਹਣਾ ਬਣਾ ਕੇ ਰਾਤ ਰਹੇ, ਕੋਲੋਂ ਕੁਝ ਕੈਲੰਡਰ ਕੱਢੇ, ਹੋਰ ਉਹਨੂੰ ਸੋਹਣਿਆ ਬਣਾ ਕੇ ਇਹ ਪਰਿਵਾਰ ਵੀ ਚਲਿਆ ਗਿਆ। ਸੇਵਾਦਾਰ ਜਦ ਪਹਿਲੇ ਕਮਰੇ 'ਚ ਵੜਦੇ ਨੇ, ਕਮਰੇ 'ਚ ਪਈ ਹੋਈ ਗੰਦਗੀ ਨੂੰ ਦੇਖ ਕੇ ਕਹਿੰਦੇ ਕਿ ਇਹੋ ਜਿਹੇ ਲੋਕਾਂ ਦਾ ਆਉਣ ਖਣੋ ਥੁੜਿਆ ਕੀ ਹੈ ਇੱਥੇ, ਜਿਨ੍ਹਾਂ ਨੇ ਸਰਾਂ ਨੂੰ ਗੰਦੀਆਂ ਹੀ ਕਰਨਾ ਹੈ, ਉੱਥੇ ਲੈਣ ਲਈ ਕੀ ਆਉਂਦੇ ਨੇ। ਇਹ ਸੁੱਖ ਸਹੂਲਤ ਵਰਤਣੀ ਨਹੀਂ ਆਉਂਦੀ ਜਿਨ੍ਹਾਂ ਨੂੰ। ਤੇ ਜਦ ਅਗਲੇ ਕਮਰੇ 'ਚ ਜਾਂਦੇ ਨੇ, ਕਮਰੇ ਦੀ ਸੁੰਦਰਤਾ, ਸਫਾਈ ਦੇਖ ਕੇ ਹੈਰਾਨ ਵੀ ਰਹਿੰਦੇ ਨੇ ਤੇ ਅਰਦਾਸ ਕਰਦੇ, ਰੱਬਾ ਇਹੋ ਜਿਹੇ ਮੁਸਾਫਰ ਰੋਜ਼ ਹੀ ਇਸ ਸਰਾਂ ਦੇ ਵਿੱਚ ਆਉਣ ਤਾਂ ਕਿ ਸਰਾਂ ਸੋਹਣੀ ਬਣੀ ਰਹੇ। ਇਹ ਜਗਤ ਵੀ ਇੱਕ ਸਰਾਂ ਹੀ ਹੈ, ਮੁਸਾਫਰਖਾਨਾ ਹੈ। ਅਸੀਂ ਸਾਰੇ ਪ੍ਰਾਹੁਣੇ ਹੀ ਹਾਂ। ਗੁਰਬਾਣੀ ਦਾ ਬਚਨ ਕਿ ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸਹਿ ਪ੍ਰਭਾਤ। ਜਿਵੇਂ ਪ੍ਰਾਹੁਣੇ ਰਾਤ ਕੱਟਦੇ ਨੇ, ਸਵੇਰ ਸਾਰ ਉੱਠ ਕੇ ਚਲੇ ਜਾਂਦੇ ਨੇ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਫਰੀਦਾ ਪੰਖ ਪ੍ਰਾਹੁਣੀ ਦੁਨੀ ਸੁਹਾਵਾ ਬਾਗ, ਨੌਬਤ ਵਜੀ ਸੁਬਹ ਸੋ ਚੱਲਣ ਕਾ ਕਰ ਸਾਜ। ਇਸ ਦੁਨੀਆ ਨੂੰ ਬਾਗ ਕਹਿ ਲਈਏ ਜਾਂ ਇਹਨੂੰ ਸਰਾਂ ਕਹਿ ਲਈਏ, ਗੱਲ ਇੱਕੋ ਹੀ ਹੈ। ਸਰਾਂ ਵਿੱਚ ਮੁਸਾਫਰ ਆਉਂਦੇ ਨੇ, ਰਾਤ ਕੱਟਦੇ ਨੇ, ਚਲੇ ਜਾਂਦੇ ਨੇ। ਬਾਗ ਦੇ ਵਿੱਚ ਪੰਛੀ ਠਹਿਰਦੇ ਨੇ, ਰਾਤ ਬਤੀਤ ਕਰਦੇ ਨੇ, ਚਲੇ ਜਾਂਦੇ ਨੇ। ਅਸੀਂ ਵੀ ਇਸ ਜਗਤ ਵਿੱਚ ਆਏ ਹਾਂ, ਜ਼ਿੰਦਗੀ ਬਤੀਤ ਕਰਕੇ ਚਲੇ ਜਾਣੇ। ਪਰ ਕੁਝ ਉਹ ਲੋਕ ਨੇ ਜਿਹੜੇ ਸਰਾਂ ਨੂੰ ਗੰਦਿਆਂ ਕਰਦੇ ਨੇ, ਜਿਹੜੇ ਸਰਾਂ ਦੇ ਵਿੱਚ ਗੰਦਗੀ ਖਿਲਾਰਦੇ ਨੇ, ਸਮਾਜ ਦੇ ਵਿੱਚ ਗੰਦਗੀ ਖਿਲਾਰਦੇ ਨੇ। ਉਹਨਾਂ ਲੋਕਾਂ ਨੂੰ ਕਦੀ ਕੋਈ ਚੇਤੇ ਨਹੀਂ ਕਰਦਾ। ਜੇ ਕਰਦਾ ਹੈ ਤਾਂ ਇਸ ਖਿਆਲ ਨਾਲ ਕਰਦਾ ਕਿ ਇਹੋ ਜਿਹੇ ਇਸ ਧਰਤੀ 'ਤੇ ਲੈਣ ਲਈ ਕੀ ਆਏ ਨੇ, ਜਿਹੜੇ ਪਸ਼ੂਆਂ ਤੋਂ ਵੀ ਬਦਤਰ ਨੇ। ਹਾਲਾਂਕਿ ਪਸ਼ੂ ਜਿਸ ਇਲਾਕੇ 'ਚ ਰਹਿਣ, ਉਹ ਆਪਣੇ ਇਲਾਕੇ ਦਾ ਖਿਆਲ ਰੱਖਦੇ ਨੇ। ਜਿੱਥੇ ਪਸ਼ੂ ਹੋਣਗੇ ਉੱਥੇ ਹਵਾ ਪ੍ਰਦੂਸ਼ਿਤ ਨਹੀਂ ਹੋਵੇਗੀ, ਜਿੱਥੇ ਪਸ਼ੂ ਹੋਣਗੇ ਉੱਥੇ ਪਾਣੀ ਗੰਦਲਾ ਨਹੀਂ ਹੈ। ਜੰਗਲਾਂ ਦੇ ਵਿੱਚ ਬੜਾ ਸਾਫ ਸੁਥਰਾ ਵਾਤਾਵਰਣ ਹੈ ਉੱਥੇ। ਲੇਕਿਨ ਜਿੱਥੇ ਮਨੁੱਖ ਰਹਿੰਦੇ ਨੇ ਉੱਥੇ ਵਾਤਾਵਰਣ ਵੀ ਪ੍ਰਦੂਸ਼ਿਤ, ਉੱਥੇ ਪਾਣੀ ਵੀ ਗੰਦਾ ਹੈ। ਆਪਾਂ ਦੇਖਦੇ ਹਾਂ ਗਲੀਆਂ ਨਾਲੀਆਂ ਦੇ ਵਿੱਚ ਕੀ ਹਾਲਾਤ ਬਣੇ ਪਏ ਨੇ।
ਇਹਦਾ ਕਾਰਨ ਕਿ ਕੁਝ ਲੋਕ ਇਸ ਜਗਤ ਰੂਪੀ ਸਰਾਂ 'ਚ ਇਹੋ ਜਿਹੇ ਆਉਂਦੇ ਨੇ ਜਿਹੜੇ ਸਰਾਂ ਨੂੰ ਗੰਦੀਆਂ ਬਣਾ ਕੇ ਜਾਂਦੇ ਨੇ, ਸਮਾਜ ਵਿੱਚ ਗੰਦਗੀ ਪਾਉਂਦੇ ਨੇ, ਅਵਗੁਣ ਫੈਲਾਉਂਦੇ ਨੇ, ਬੁਰਾਈਆਂ ਫੈਲਾਉਂਦੇ ਨੇ, ਅਨੇਕ ਤਰ੍ਹਾਂ ਦੇ ਹੋਰ ਅਵਗੁਣ ਕਰਦੇ ਨੇ। ਪਰ ਕੁਝ ਵਿਰਲੇ ਉਹ ਲੋਕ ਆਉਂਦੇ ਨੇ ਜਿਹੜੇ ਸਰਾਂ ਨੂੰ ਸੋਹਣੀਆਂ ਬਣਾ ਕੇ ਜਾਂਦੇ ਨੇ। ਇਹ ਜਗਤ ਸਰਾਂ ਹੈ, ਅਸੀਂ ਸਾਰੇ ਮੁਸਾਫਰ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜੋ ਸਾਨੂੰ ਮਾਰਗ ਦਿੱਤਾ ਹੈ, ਉਹ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁਡਾਈ ਹੈ। ਕਿ ਆਪਾਂ ਜਿੰਨਾ ਚਿਰ ਇਸ ਦੁਨੀਆ 'ਚ ਰਹਿਣਾ ਹੈ, ਸਮਾਜ ਵਿੱਚ ਰਹਿਣਾ ਹੈ, ਆਪਣੇ ਹੱਥੀਂ ਮਨੁੱਖਤਾ ਦੀ ਸੇਵਾ ਕਰੀਏ, ਸਮਾਜ ਦੀ ਸੇਵਾ ਕਰੀਏ। ਗੁਰੂ ਨਾਨਕ ਸਾਹਿਬ ਜੀ ਨੇ ਜੋ ਮਾਰਗ ਸ਼ੁਰੂ ਕੀਤਾ ਨੂੰ ਗੁਰਮੁਖ ਪੰਥ ਕਿਹਾ ਜਾਂਦਾ ਹੈ। ਗੁਰਮੁਖ ਦੀ ਵਡਿਆਈ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ 'ਚ ਕੀਤੀ, ਬੇਅੰਤ ਥਾਵਾਂ 'ਤੇ ਗੁਰਬਾਣੀ 'ਚ ਵੀ ਹੈ। ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਆਏ ਸਨ, ਇਸ ਸੁਸਾਇਟੀ ਵਿੱਚ 3 ਤਰ੍ਹਾਂ ਦੇ ਲੋਕ ਸਨ। ਇੱਕ ਤੇ ਉਹ ਲੋਕ ਜਿਹੜੇ ਇੱਥੇ ਰੂਲਰ ਸਨ, ਜਿਹੜੇ ਰਾਜ ਕਰਦੇ, ਜਿਹਨੂੰ ਆਪਾਂ ਮੁਗਲ ਕਹਿੰਦੇ ਹਾਂ। ਇੱਕ ਸਨ ਇੱਥੋਂ ਦੇ ਰਹਿਣ ਵਾਲੇ ਲੋਕ। ਇੱਕ ਇਸ ਸਮਾਜ ਤੋਂ ਵੱਖਰੇ ਬੈਠ ਕੇ ਕੁਝ ਲੋਕ ਰਹਿੰਦੇ ਸਨ, ਜਿਨ੍ਹਾਂ ਨੂੰ ਜੋਗੀ ਕਹਿੰਦੇ ਨੇ। ਇਹਨਾਂ ਤਿੰਨਾਂ ਹੀ ਸਮਾਜ ਦੇ ਆਗੂਆਂ ਦੀ ਗੱਲ ਗੁਰਬਾਣੀ ਚੰਕਤ ਹੈ ਕਿ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਤਿੰਨੇ ਹੀ ਸਮਾਜ ਦੇ ਆਗੂ ਜਿਹੜੇ ਸਮਾਜ ਦੇ ਉਜਾੜੇ ਦਾ ਕਾਰਨ ਬਣ ਗਏ। ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ, ਉਵੇਂ ਤੇ ਵੈਸੇ ਆਪਾਂ ਦੇਖੀਏ, ਇਹ ਜਿਹੜੀ ਸਮੁੱਚੀ ਮਾਨਵਤਾ ਹੈ, ਇਹਦੇ 'ਚ 2 ਹੀ ਤਰ੍ਹਾਂ ਦੇ ਲੋਕ ਨੇ। ਇਹ ਗੱਲ ਵੱਖਰੀ ਹੈ ਕਿ ਹਰ ਮੁਲਕ ਦੇ ਅੰਦਰ ਰਾਜਨੀਤਿਕ ਲੋਕਾਂ ਨੇ, ਕੁਝ ਧਾਰਮਿਕ ਲੋਕਾਂ ਨੇ ਵੰਡੀਆਂ ਪਾ ਕੇ ਸਮਾਜ ਨੂੰ ਕਈ ਭਾਗਾਂ ਵਿੱਚ ਵੰਡਿਆ ਹੋਇਆ ਹੈ। ਪਰ ਸਮੁੱਚੀ ਮਾਨਵਤਾ 'ਚ ਭਾਵੇਂ ਮੁਸਲਮਾਨ ਨੇ, ਭਾਵੇਂ ਹਿੰਦੂ ਨੇ, ਭਾਵੇਂ ਕੋਈ ਵੀ ਨੇ, 2 ਤਰ੍ਹਾਂ ਦੇ ਲੋਕ ਨੇ। ਇੱਕ ਜਿਹਨੂੰ ਆਪਾਂ ਕਹਿੰਦੇ ਪ੍ਰਵਿਰਤੀ ਮਾਰਗ 'ਤੇ ਚੱਲਣ ਵਾਲੇ, ਤੇ ਇੱਕ ਗ੍ਰਸਤੀ ਮਾਰਗ 'ਤੇ ਚੱਲਣ ਵਾਲੇ, ਨਿਵਰਤੀ ਮਾਰਗ 'ਤੇ ਚੱਲਣ ਵਾਲੇ। ਪ੍ਰਵਿਰਤੀ ਮਾਰਗ 'ਚੋਂ ਸਾਰੇ ਲੋਕ ਆਉਂਦੇ ਨੇ, ਭਾਵੇਂ ਉਹ ਧਰਮ ਸਥਾਨਾਂ 'ਤੇ ਹੋਣ, ਭਾਵੇਂ ਨਾ ਹੋਣ, ਜਿਹੜੇ ਕੇਵਲ ਦੁਨੀਆਦਾਰੀ ਤੱਕ ਜੁੜੇ ਨੇ। ਜੇ ਧਰਮ ਸਥਾਨ 'ਤੇ ਵੀ ਆਉਂਦੇ, ਉੱਥੇ ਵੀ ਇਹੀ ਕੁਝ ਮੰਗਣਾ ਕਿ ਮੇਰੀ ਦੁਕਾਨ ਚੱਲ ਜੇ, ਮੇਰਾ ਕਾਰੋਬਾਰ ਚੱਲ ਜੇ, ਮੇਰਾ ਮੁੰਡਾ ਵਿਆਹਿਆ ਜਾਏ, ਨੌਕਰੀ ਮਿਲ ਜੇ। ਇਹ ਸਭ ਪ੍ਰਵਿਰਤੀ ਮਾਰਗ 'ਚ ਆ ਜਾਂਦੇ ਨੇ, ਭਾਵੇਂ ਜਿੰਨੇ ਮਰਜ਼ੀ ਧਰਮ ਸਥਾਨਾਂ 'ਤੇ ਬੈਠੇ ਹੋਣ। ਅਤੇ ਨਿਵਰਤੀ ਦਾ ਅਰਥ ਹੈ ਕਿ ਦੁਨੀਆਦਾਰੀ ਤੋਂ ਵੱਖਰਿਆਂ ਹੋ ਕੇ, ਸਮਾਜ ਤੋਂ ਵੱਖਰਿਆਂ ਹੋ ਕੇ, ਕੰਮਕਾਰ ਤੋਂ ਵੱਖਰੇ ਹੋ ਕੇ, ਵਿਲੜ ਜੇ ਹੋ ਕੇ ਬੈਠ ਜਾਣਾ। ਲੇਕਿਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜਦੋਂ ਅਸੀਂ ਜੀਵਨ ਇਤਿਹਾਸ ਪੜ੍ਹਦੇ ਹਾਂ, ਉਹਨਾਂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਉਹਨਾਂ ਨੇ ਇਹ ਤਾਂ ਗੱਲ ਕਹਿਤੀ, ਨਾ ਹਮ ਹਿੰਦੂ ਨਾ ਮੁਸਲਮਾਨ, ਕਿ ਅਸੀਂ ਹਿੰਦੂ ਮੁਸਲਮਾਨ ਨਹੀਂ ਹੈ। ਉਦੋਂ ਬਾਅਦ ਗੱਲ ਪ੍ਰਵਿਰਤੀ ਅਤੇ ਨਿਵਰਤੀ ਦੀ ਆ ਜਾਂਦੀ ਹੈ। ਪ੍ਰਵਿਰਤੀ ਅਤੇ ਨਿਵਰਤੀ ਦੇ ਪ੍ਰਥਾਏ ਵੀ ਗੁਰਬਾਣੀ ਸਤਿਗੁਰੂ ਜੀ ਦਾ ਬੜਾ ਗਿਆਨ ਬਖਸ਼ਿਸ਼ ਕੀਤਾ ਹੈ। ਨਿਵਰਤੀਆਂ ਨੂੰ ਸਤਿਗੁਰੂ ਜੀ ਨੇ ਮਲੰਗ ਕਿਹਾ, ਅਤੇ ਪ੍ਰਵਿਰਤੀ ਜਿਹੜੇ ਨੇ ਉਹ ਮੋਹ ਮਾਇਆ ਵਿੱਚ ਖਚਤ ਰਹਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਇਸ ਸਮੁੱਚੀ ਦੁਨੀਆ ਨੂੰ 2 ਤਰੀਕੇ ਨਾਲ ਦੇਖਿਆ, ਇੱਕ ਮਨਮੁਖ ਅਤੇ ਇੱਕ ਗੁਰਮੁਖ। ਉਹ ਭਾਵੇਂ ਕਿਸੇ ਵੀ ਮਜ਼ਹਬ ਵਿੱਚ ਨੇ। ਗੁਰਮੁਖ ਦਾ ਅਰਥ ਜਿਹੜਾ ਪ੍ਰਮਾਤਮਾ ਦੀ ਰਜ਼ਾ 'ਚ ਵਿਚਰਨ ਵਾਲਾ। ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖ ਪੰਥ ਦੀ ਰਮਤਾ ਕੀਤੀ। ਗੁਰਮੁਖ ਦੀ ਵਡਿਆਈ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ 'ਚ ਇੱਕ ਥਾਂ 'ਤੇ ਕੀਤੀ ਹੈ ਕਿ ਉੱਤਮ ਮੱਧਮ ਨੀਚ ਲਖ, ਗੁਰਮੁਖ ਨੀਚੋਂ ਨੀਚ ਸਦਾਏ। ਕਹਿਣ ਲੱਗੇ ਪੈਰੀਂ ਪੈ ਖਾਕ ਹੋਏ, ਗੁਰਮੁਖ ਗੁਰਸਿੱਖ ਆਪ ਗਵਾਏ, ਸਾਧ ਸੰਗਤ ਪਾਓ ਭਾਓ ਕਰ, ਸੇਵਕ ਸੇਵਾ ਕਾਰ ਕਰਾਏ, ਮਿੱਠਾ ਬੋਲਣ ਨਿਵ ਚਲਣ, ਹੱਥੋਂ ਦੇ ਕੇ ਭਲਾ ਮਨਾਏ। ਔਰ ਇਹ ਵਡਿਆਈ ਗੁਰਮੁਖ ਦੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੀ ਹੈ। ਸਤਿਗੁਰੂ ਜੀ ਨੇ ਵੀ ਗੁਰਬਾਣੀ ਦੇ ਅੰਦਰ ਗੁਰਮੁਖ ਦੀ ਬੜੀ ਚਰਚਾ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਸਤਿਗੁਰੂ ਜੀ ਨੇ ਸਿੱਧਾ ਨੇ ਪੁੱਛਿਆ ਕਿ ਤੁਸੀਂ ਸਾਨੂੰ ਕਹਿੰਦੇ ਘਰ ਕਿਉਂ ਛੱਡਦੇ ਹੋ, ਘਰਾਂ ਦੇ ਵਿੱਚ ਰਹੋ, ਅਤੇ ਤੁਸੀਂ ਕਿਉਂ ਛੱਡ ਦਿੱਤਾ ਹੈ? ਤੁਹਾਡਾ ਘਰ ਛੱਡਣ ਦਾ ਕਾਰਨ ਕੀ? ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣ ਜਾ ਰਹੇ, ਕਿਉਂ ਕਰ ਸਾਥ ਲੰਘਾਵੋ ਪਾਰੇ, ਤੁਸੀਂ ਕਿਉਂ ਘਰ ਛੱਡ ਦਿੱਤਾ ਹੈ? ਅਤੇ ਉਸ ਵੇਲੇ ਬਾਬਾ ਨਾਨਕ ਜੀ ਨੇ ਇੱਕ ਗੱਲ ਕਹੀ ਸੀ, ਗੁਰਮੁਖ ਖੋਜਤ ਪਏ ਉਦਾਸੀ। ਗੁਰਮੁਖਾਂ ਦੀ ਭਾਲ ਵਿੱਚ ਅਸੀਂ ਨਿਕਲੇ ਹਾਂ। ਗੁਰਮੁਖ ਜੋ ਰੱਬ ਦੀ ਰਜ਼ਾ 'ਚ ਰਹਿਣ ਵਾਲੇ, ਮਨੁੱਖਤਾ ਨੂੰ ਪਿਆਰ ਕਰਨ ਵਾਲੇ, ਸਮੁੱਚੀ ਮਾਨਵਤਾ ਦੇ ਵਿੱਚੋਂ ਪ੍ਰਮਾਤਮਾ ਨੂੰ ਦੇਖਣ ਵਾਲੇ, ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਭਾਲ 'ਚ ਨਿਕਲੇ ਹਾਂ। ਔਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਿੱਥੇ ਗੁਰਮੁਖਾਂ ਦੀ ਭਾਲ ਕੀਤੀ, ਉੱਥੇ ਇੱਕ ਗੁਰਮੁਖਾਂ ਦਾ ਪੰਥ ਸ਼ੁਰੂ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਵਿੱਚ ਗੁਰਮੁਖ ਪੈਦਾ ਕੀਤੇ। ਗੁਰਮੁਖ ਦਾ ਅਰਥ ਹੈ ਜਿਹੜੇ ਸਮੁੱਚੀ ਸ੍ਰਿਸ਼ਟੀ ਨੂੰ ਸਮ ਦ੍ਰਿਸ਼ਟੀ ਦੇ ਨਾਲ ਦੇਖਣ, ਜਿਹੜੇ ਵਰਣ ਵਣ ਤੋਂ ਉੱਚੇ ਉੱਠ ਕੇ ਨਾ ਕੋ ਬਹਿਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਗੁਰਮੁਖ ਦਾ ਅਰਥ ਹੈ ਜਿਹੜਾ ਮਾਨਵਤਾ ਦੀ ਸੇਵਾ ਕਰੇ। ਗੁਰਮੁਖ ਦਾ ਅਰਥ ਹੈ ਜਿਹੜਾ ਹਿਰਦੇ ਵਿੱਚੋਂ ਅਹੰਕਾਰ ਤੋਂ ਰਹਿਤ ਹੋ ਕੇ ਸਮੁੱਚੀ ਮਾਨਵਤਾ 'ਚ ਨਿਰਮਾਣ ਹੋ ਕੇ ਵਿਚਰੇ। ਗੁਰਮੁਖ ਦਾ ਅਰਥ ਹੈ ਜਿਹੜਾ ਇਸ ਦੁਨੀਆਦਾਰੀ 'ਚ ਕਿਰਤ ਵਿਰਤ ਕਰਦਿਆਂ ਹੋਇਆਂ ਵੀ ਨਿਰਲੇਪ ਰਹਿ ਕੇ ਜ਼ਿੰਦਗੀ ਦੇ ਰਸ ਨੂੰ ਮਾਣੇ।
गुरु नानक साहब जी ने उसकी आरंभता की। जिथे गुरु नानक साहब जी ने भी भाई गुरदास जी ने गुरमुख कहा कि गुरमुख कल विच प्रगट होवा। गुरु नानक साहब जी ने मानवता की अपने हथी बड़ी वड्डी सेवा की। गुरु नानक साहब जी तो बाद उन्होंने सिखां सेवकों ने मनुखता की बहुत वड्डी सेवा की। 10 गुरु साहिबान जी का इतिहास पढ़िए, उन्होंने बहुत भारी सेवा की। मनुख जिहड़ा है ये दरअसल 3 तरीके नाल करजाई है। पहला करजाई तो परमात्मा का है जिन्हें इनू जिंदगी दी है। दूजा करजाई माता पिता का है जिन्हें इसनू पालिया पोसिया वड्डिया किया है, पढ़ाया है, अनेक तरह दी सुख सहूलतां दित्तियां ने। ते तीजे नंबर ते करजाई जिहड़ा है वो समाज का है। परमात्मा का करजा तो उतर सकता है जे असी परमात्मा के प्यार च जुड़ीए, उहदी रजा चलीए, उहदा सिमरन करिए। माँ प्यो का करजा तां उतरदा जे माँ बाप की आपां सेवा करिए। और इदू अगे गल आ जाती है समाज के करजे की। हर मनुख समाज का करजाई है। 100 वारी कोई मनुख कहे कि मैं समाज कोलों की लैना है। मनुख समाज तो बिना तो जियो ही नहीं सकता। असी सड़कों पर तुरदे आए, कोई साडे कल्ले दे रुपईया नाल तो नहीं बनिया, ये तो समुचे समाज की देन है। इस गुरुद्वारे च बैठे हैं, कोई एक मनुख का तो नहीं बनाया होया, ये तो समुची संगत ने रल मिल के समाज ने रल के बनाया है। असी कपड़ा ही पहनते हैं, ये कपड़ा कोई बाजारों साढ़े पैसे दिते ही तो नहीं मिल जाना। जे बाजार में कपड़ा ही नहीं होगा, कोई कपाह नहीं बीजेगा, कोई उन्होंने चुगेगा, कोई उन्नेगा नहीं, वो वेलेगा नहीं, वह कपड़ा नहीं बनाएगा, कोई मंडी च नहीं लियाएगा, मार्केट च नहीं लाएगा, तो ये कपड़ा कितों लै लवांगे। ये कपड़ा को केवल साढ़े पैसों नाल ही नहीं मिल जाता। इस कपड़े नूं साढ़े पहुँचण तक पता नहीं हज़ारां हाथ लगे ने फिर साढ़े तक पहुँचे। ये समाज की देन है कि समाज दीयां बनाईयां होईयां चीज़ां असीं वरतदे हां, उहदीयां सहूलतां असीं वसदे हां, ते समाज का करजा जिहड़ा है वो समाज की सेवा करके लथदा है। गुरु नानक साहब जी ने कहा कि जे परमात्मा दी नज़रां च प्रवान होना है, फिर विच दुनिया सेव कमाई है, तां दरगह बैसन पाई है। सेवा ते सिमरन गुरमत दे 2 महान जिहड़े ने सिद्धांत ने। इवें कह लो कि सेवा मनुखता दी ते सिमरन परमात्मा दा। जिथे गुरु नानक साहब जी ने अपने हथी बड़ी सेवा की, उत्थे गुरु नानक दे घर च सेवादारां नूं माण मिले है, वडियाई मिली है। भाई लैणा जी ने सेवा की गुरु की रजा च चल के। भाई लैणा जी गुरु नानक साहब जी के दर ते प्रवान हो गए। और सतगुरु जी की बाणी च थां थां ते सेवा की गल है कि सतगुरु जी की पवित्र बाणी कहती हस्ती स्यों जो अंकस है, अहरण ज्यों सिर दे, मन तन आगे राख कै उभी सेव करे, इयों गुरमुख आप निवारी है सबराज सृष्ट का ले। गुरु दे दर ते आके आपां भाव नूं खत्म करके जदों कोई सेवा करदा उस सगल सृष्ट का राजा बन जाता है। अज का जो दिन है ये भगत पूर्ण सिंह जी का याद विच मनाया जा रहा है। भगत पूर्ण सिंह जी जिन्हों ने मनुखता की अपने हथी बहुत वड्डी सेवा की। भगत पूर्ण सिंह जी का जो असीं देखते हैं, पिंगलवाड़ा उन्होंने ये देन है। पिंगलवाड़ा उन्होंने एक बड़ी वड्डी यादगार है। भगत पूर्ण सिंह जी भावें को बहुत वड्डे जिवें दुनियावी तौर पर असीं देखते हैं कि कोई मिनिस्टर होए, कोई हाकम होए, कोई चौधरी होए, कोई अमीर होए, उन्हां दियां लोकी गल्लां करदे ने। पर भगत पूर्ण जी वो महान उच्ची आत्मा सन, पवित्र आत्मा सन, जिहड़े लोकां दे दिलां च वसे होए ने, जिन्हां ने पिंगलवाड़े वर्गी संस्था नूं कायम कर दिता। 1904 विच राजेवाड़ा पिंड दे विच भगत पूर्ण सिंह जी दा एक हिंदू परिवार च जन्म होया। 7वीं को तक ये खन्ने विच पढ़दे रहे। उदों बाद इन्हां दे माँ बाप का सोहना कामकार सी, शाहूकारा सी, पर करनी रब दी कई बारी दिन माड़े आ जाते हैं। वो शाहूकारा खत्म हो गया, गरीबी आ गई। माँ इन्हां दी भांडे मांज मांज के इन्हां नूं पढ़ाउंदी रही और इसे काम लई पहले मिंट गुमरी चले गई। फिर वो लाहौर विच रह के इन्हां दी पढ़ाई का प्रबंध करती रही और भगत पूर्ण सिंह जी 10वीं तक लाहौर विच पढ़े। उदों बाद उन्हां दी जिंदगी च एक बड़ा तगड़ा मोड़ आया। एक वेरा जदों फतेहगढ़ साहब जदों सभा का समागम हुंदा, शहीदी जोड़ मेला हुंदा, उस जोड़ मेले ते गए। महाराजा पटियाला उत्थे आए सी। उन्हां दे नाल उन्हां दा जिहड़ा ODC सोहणी दस्तार वाला चढ़दी कला वाला नौजवान, उहदे इस सुंदर स्वरूप तो बड़े प्रभावित होए। जोड़ मेले ते जाके वो बड़े प्रभावित होए। जिस तरीके नाल नंगे पैरी महाराजा पटियाला गुरु साहिब जी नूं चौर करदा नाल जा रहा है, संगतां दी सेवा, शहीदी स्थान दे दीदार, उन्होंने मन उपर बड़ी खिच पाई। एक वेरा लुधियाने तो खन्ने जा रहे ने, रस्ते विच रात पै गई। एक थां ते सोचदे ठहर ना किते, 2 व्यक्ति बैठे सन। एक सूरमा सी, एक उहदे कोल जिमीदार बैठा सी। सूरमा रहरास साहब दा पाठ कर रहा है और दूसरा सुन रहा है। उन्होंने पता लगा ये बच्चा रहना चाहता है किते।
ਉਹ ਜ਼ਿਮੀਂਦਾਰ ਕਹਿਣ ਲੱਗਾ ਨੇੜੇ ਰਾਜੇ ਗੁਰਦੁਆਰਾ ਹੈ ਰੇਰੂ ਸਾਹਿਬ, ਉੱਥੇ ਚਲਿਆ ਜਾ, 1.5 ਕੁ ਮੀਲ ਦੀ ਦੂਰੀ ਤੇ ਹੈ। ਪਰ ਰਾਤ ਸੀ, ਕਹਿਣ ਲੱਗਾ ਚੱਲ ਮੇਰੇ ਘਰ ਰਹਿ। ਉਹਨੇ ਰੋਟੀ ਪਾਣੀ ਖਵਾਇਆ, ਅਗਲੇ ਦਿਨ ਗੁਰਦੁਆਰਾ ਸਾਹਿਬ ਗਏ, ਉੱਥੇ ਬੜੇ ਪਿਆਰ ਨਾਲ ਲੰਗਰ ਪਾਣੀ ਛਕਾਇਆ ਗਿਆ, ਬੜੀ ਆਓ ਭਗਤ ਕੀਤੀ ਗਈ, ਲੋਕਾਂ ਨੂੰ ਸੇਵਾ ਕਰਦੇ ਦੇਖਿਆ। ਇਹਦੇ ਮਨ 'ਚ ਖਿਆਲ ਆਇਆ ਕਿ ਇਹੋ ਜਿਹਾ ਮਤ ਅਪਣਾ ਲੈਣਾ ਚਾਹੀਦਾ, ਕਿਉਂਕਿ ਮਾਂ ਬਾਪ ਚੜ੍ਹਾਈ ਕਰਕੇ ਭਗਤ ਜੀ ਇਕੱਲੇ ਰਹਿ ਗਏ। ਤੇ ਮਨ 'ਚ ਖਿਆਲ ਆਇਆ ਕਿ ਮੇਰਾ ਹੁਣ ਘਰ ਉਜੜ ਗਿਆ, ਕਿ ਉਹ ਘਰ ਮਿਲ ਜੇ ਜਿਹੜਾ ਕਦੀ ਉਜੜੇ ਨਾ। ਅੰਦਰੋਂ ਆਵਾਜ਼ ਆਈ ਕਿ ਇਹੀ ਘਰ ਹੈ ਜਿਹੜਾ ਕਦੀ ਉਜੜੇਗਾ ਨਹੀਂ, ਜਿੱਥੇ ਤੂੰ ਕਦੀ ਭੁੱਖਾ ਨਹੀਂ ਰਹੇਗਾ। ਮਨ ਵਿੱਚ ਸਿੱਖੀ ਨਾਲ ਜੁੜਨ ਦਾ ਚਾਅ ਜਾਗ ਪਿਆ। ਇਹ ਰਾਮ ਜੀ ਦਾਸ ਇਹਨਾਂ ਦਾ ਨਾਮ। ਅੰਮ੍ਰਿਤ ਛਕ ਕੇ ਭਗਤ ਪੂਰਨ ਸਿੰਘ ਜੀ ਬਣ ਗਏ ਔਰ ਚਲੇ ਗਏ ਲਾਹੌਰ ਡੇਰਾ ਸਾਹਿਬ ਗੁਰਦੁਆਰੇ। ਉੱਥੇ ਜਾ ਕੇ ਜਥੇਦਾਰ ਅਛਰ ਸਿੰਘ ਜੀ ਜਿਹੜੇ ਗ੍ਰੰਥੀ ਸਾਹਿਬ ਜੀ ਸਨ ਔਰ ਉੱਥੋਂ ਦੇ ਮੰਤ ਗੋਪਾਲ ਸਿੰਘ ਜੀ ਉਹਨਾਂ ਨੂੰ ਮਿਲੇ ਕਿ ਮੈਂ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦਾ, ਤੁਸੀਂ ਮੈਨੂੰ ਕੋਈ ਸੇਵਾ ਦੱਸੋ। 1924 ਦਾ ਇਹ ਸਮਾਂ ਹੈ ਜਦੋਂ ਉੱਥੇ ਜਾ ਕੇ ਇਸ ਸੇਵਾ ਵਿੱਚ ਜੁਟ ਗਏ। 20 ਕੁ ਸਾਲ ਦੀ ਉਮਰ ਹੋਏਗੀ ਔਰ ਉਸ ਵੇਲੇ ਇਹ ਦਿਨ ਵੇਲੇ ਸੇਵਾ ਕਰਦੇ ਨੇ ਔਰ ਸੇਵਾ ਤੋਂ ਵਿਹਲੇ ਹੋ ਕੇ ਸੜਕਾਂ 'ਤੇ ਫਿਰਦੇ ਨੇ, ਜਿਵੇਂ ਕਿੱਲ ਆਦਿਕ ਚੁੱਕਦੇ ਰਹਿਣਾ ਜਾਂ ਪੱਥਰ ਆਦਿਕ ਚੁੱਕਦੇ ਰਹਿਣਾ। ਬਹੁਤਾ ਟਾਈਮ ਲਾਇਬ੍ਰੇਰੀ 'ਚ ਬਤੀਤ ਕਰਦੇ ਨੇ, ਪੜ੍ਹੇ ਲਿਖੇ ਸਨ, ਪੜ੍ਹਨ ਦਾ ਬੜਾ ਸ਼ੌਂਕ ਸੀ ਉਹਨਾਂ ਨੂੰ। ਇਹਨਾਂ ਦਿਨਾਂ 'ਚ ਇੱਕ ਘਟਨਾ ਵਾਪਰੀ। ਇੱਕ ਬੱਚਾ ਸੀ, ਪਿੰਗਲਾ ਸੀ, ਹੱਥਾਂ ਪੈਰਾਂ ਤੋਂ ਲੂਲਾ ਸੀ, ਕੋਈ ਗੁਰਦੁਆਰਾ ਡੇਰਾ ਸਾਹਿਬ ਦੇ ਬਾਹਰ ਛੱਡ ਗਿਆ ਉਸ ਨੂੰ। ਔਰ ਉਹਦੀ ਘਟਨਾ ਇਸ ਤਰੀਕੇ ਨਾਲ ਸੀ, ਦਰਅਸਲ ਬਾਅਦ 'ਚ ਪਤਾ ਲੱਗੀ, ਜਥੇਦਾਰ ਅਛਰ ਸਿੰਘ ਜੀ ਨੇ ਦੱਸੀ ਕਿ 2 ਵਿਅਕਤੀ ਲੁਧਿਆਣੇ ਜ਼ਿਲ੍ਹੇ ਦੇ ਜ਼ਿਮੀਂਦਾਰ ਇੱਥੇ ਉਹਨਾਂ ਕੋਲ ਆਏ। ਉਹਨਾਂ ਨੇ ਇੱਕ ਗੱਲ ਕਹੀ ਕਿ ਇੱਕ ਸਾਡੇ ਕੋਲ ਸੀਰੀ ਰਹਿੰਦਾ ਸੀ, ਉਹਦੀ ਘਰਵਾਲੀ ਚੜ੍ਹਾਈ ਕਰ ਗਈ, 5 ਕੁ ਮਹੀਨਿਆਂ ਦਾ ਇਹ ਬੱਚਾ ਜਿਹੜਾ ਸੀ ਉਹ ਬਾਕੀ ਰਹਿ ਗਿਆ ਔਰ ਉਹ ਸੀਰੀ ਕੁਝ ਰਿਹਾ, ਪਾਲ ਨਾ ਸਕਿਆ ਤੇ ਉਹ ਵੀ ਬੱਚੇ ਨੂੰ ਛੱਡ ਕੇ ਭੱਜ ਗਿਆ। ਅਸੀਂ ਕਹਿੰਦੇ ਕਿ ਬੱਚੇ ਨੂੰ ਲੈ ਕੇ ਅੰਮ੍ਰਿਤਸਰ ਲਾਹੌਰ ਦੇ ਯਤੀਮਖਾਨੇ 'ਚ ਗਏ ਹਾਂ, ਪਰ ਇਹ ਲੰਗੜਾ ਲੂਲਾ ਹੋਣ ਕਰਕੇ ਕਿਸੇ ਨੇ ਪ੍ਰਬੰਧ ਨਹੀਂ ਕੀਤਾ ਤੇ ਤੁਸੀਂ ਕੋਈ ਇਹਦੇ ਪ੍ਰਬੰਧ ਕਰ ਦਿਓ। ਜਥੇਦਾਰ ਅਛਰ ਸਿੰਘ ਜੀ ਕਹਿੰਦੇ ਕਿ ਰਾਤ ਮੈਨੂੰ ਮਿਲ ਕੇ ਗਏ, ਲੇਕਿਨ ਸਵੇਰੇ ਉਹ ਵੀ ਬੱਚੇ ਨੂੰ ਛੱਡ ਕੇ ਇੱਥੇ ਭੱਜ ਗਏ। ਬੱਚੇ ਦਾ ਕੋਈ ਵਾਲੀ ਵਾਰਸ ਨਹੀਂ ਹੈ। ਤੇ ਉਸ ਵੇਲੇ ਖਿਆਲ ਆਇਆ ਕਿ ਪੂਰਨ ਸਿੰਘ ਕਹਿੰਦਾ ਮੈਂ ਸੇਵਾ ਕਰਨੀ ਹੈ। ਇਹ ਬੱਚਾ ਜਿਹੜਾ ਸੀ ਪੂਰਨ ਸਿੰਘ ਨੂੰ ਦੇ ਦਿੱਤਾ ਗਿਆ। ਉਸ ਦਿਨ ਤੋਂ ਪੂਰਨ ਸਿੰਘ ਜੀ ਉਸ ਬੱਚੇ ਦੀ ਸੰਭਾਲ ਕਰਨ ਲੱਗ ਪਏ। ਇਹਦਾ ਨਾਂ ਰੱਖਿਆ ਪਿਆਰਾ ਸਿੰਘ ਔਰ ਪਿਆਰਾ ਸਿੰਘ ਦੇ ਨਾਲ ਸਾਰੇ ਵੇਲੇ ਲੱਗੇ ਰਹਿੰਦੇ, ਉਹਨੂੰ ਆਪਣੇ ਮੋਢਿਆਂ 'ਤੇ ਚੁੱਕੀ ਰੱਖਦੇ ਨੇ ਔਰ ਬੜੀ ਘਾਲਣਾ ਖਾਲੀ ਉਸ ਪਿਆਰਾ ਸਿੰਘ ਦੇ ਨਾਲ ਇਹਨਾਂ ਨੇ ਆਪਣੇ ਹੱਥੀਂ ਉਹਦੀ ਸੇਵਾ ਕੀਤੀ। ਉਹ ਲਿਖਦੇ ਨੇ ਆਪਣੀ ਜੀਵਨੀ 'ਚ ਕਿ ਪਿਆਰਾ ਸਿੰਘ ਬੱਚਾ ਸੀ, ਉਹਨੂੰ ਭੁੱਖ ਲੱਗ ਜਾਂਦੀ ਸੀ ਜਲਦੀ, ਲੰਗਰ 10-11 ਵਜੇ ਸ਼ੁਰੂ ਹੋਣਾ, ਲੇਕਿਨ ਉਦੋਂ ਪਹਿਲਾਂ ਮੈਂ ਘਰਾਂ 'ਚੋਂ ਜਾ ਕੇ ਮੰਗ ਕੇ ਪ੍ਰਸਾਦੇ ਲਿਆਉਣੇ। ਇੱਕ ਸੋਢੀ ਤੇਜਾ ਸਿੰਘ ਜੀ ਹੋਏ ਨੇ, ਉਹਨਾਂ ਦੇ ਘਰ ਜਾਣਾ, ਉੱਥੋਂ ਪ੍ਰਸ਼ਾਦਾ ਲੈ ਆਉਣਾ, ਬੱਚੇ ਨੂੰ ਛਕਾਉਣਾ, ਨਾਲ ਸੇਵਾ ਵੀ ਕਰਨੀ। ਬਸ ਉਸ ਬੱਚੇ ਤੋਂ ਅੱਗੇ ਕਰਦੇ ਸੇਵਾ ਕਰਦਿਆਂ ਜਿਸ ਵੇਲੇ 1947 ਦੀ ਪਾਰਟੀਸ਼ਨ ਹੋਈ, ਵੰਡ ਹੋਈ, ਭਗਤ ਪੂਰਨ ਸਿੰਘ ਜੀ ਉਸ ਬੱਚੇ ਨੂੰ ਕੇਵਲ ਨਾਲ ਲੈ ਕੇ, 1.25 ਕੁ ਰੁਪਈਆ ਉਹਨਾਂ ਦੀ ਜੇਬ ਸੀ, ਨਾਲ ਲੈ ਕੇ ਭਾਰਤ ਦੇ ਵਿੱਚ ਆ ਗਏ। ਖਾਲਸਾ ਕਾਲ ਸਰਨਾਇਤੀ ਕੈਂਪ 'ਚ ਠਹਿਰੇ। ਇੱਥੇ ਸਹਿਜੇ ਸਹਿਜੇ ਹੋਰ ਜਿਹੜੇ ਲਵਾਰਸ ਬੱਚੇ ਸਨ, ਲੰਗੜੇ ਲੂਲੇ ਸਨ, ਉਹਨਾਂ ਦੀ ਸੇਵਾ ਇਹਨਾਂ ਨੇ ਸ਼ੁਰੂ ਕਰਤੀ। ਕਰਦਿਆਂ ਕਿੰਨੇ ਬੱਚੇ ਹੋ ਗਏ। ਇੱਕ ਉਜਾੜ ਜਿਹਾ ਸਿਨੇਮਾ ਘਰ ਸੀ, ਉੱਥੇ ਸੇਵਾ ਵਿੱਚ ਜੁਟ ਗਏ। ਕਰਦਿਆਂ ਉਹ ਸਿਨੇਮਾ ਵਿਕ ਗਿਆ। ਭਗਤ ਪੂਰਨ ਸਿੰਘ ਜੀ ਨੇ ਦੇਖਿਆ ਕਿ ਏਡਾ ਵੱਡਾ ਪਰਿਵਾਰ ਜਿਹੜੇ ਨੂੰ ਲੈ ਕੇ ਮੈਂ ਕਿੱਥੇ ਜਾਵਾਂਗਾ, ਔਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਕੋਲ ਪਹੁੰਚ ਕੀਤੀ। ਉਸ ਸਮੇਂ 'ਚ ਸ਼੍ਰੋਮਣੀ ਕਮੇਟੀ ਨੇ 50,000 ਰੁਪਈਆ ਖਰਚ ਕੇ ਉਹ ਜਗ੍ਹਾ ਖਰੀਦ ਦਿੱਤੀ ਜਿੱਥੇ ਪਿੰਗਲਵਾੜਾ ਜਿਹੜਾ ਬਣ ਗਿਆ, ਇੱਕ ਸੰਸਥਾ ਬਣ ਗਈ। ਔਰ ਭਗਤ ਪੂਰਨ ਸਿੰਘ ਜੀ ਸਾਰੀ ਜ਼ਿੰਦਗੀ ਲੰਗੜਿਆਂ ਦੀ, ਲੂਲਿਆਂ ਦੀ ਆਪਣੇ ਹੱਥੀਂ ਸੇਵਾ ਕਰਦੇ ਰਹੇ। ਉਹਨਾਂ ਦੀ ਗੰਦਗੀ ਆਪ ਸਾਫ਼ ਕਰਦੇ ਰਹੇ, ਉਹਨਾਂ ਦੇ ਕੱਪੜੇ ਆਪ ਧੋਂਦੇ ਰਹੇ ਔਰ ਉਹਨਾਂ ਨੂੰ ਆਪਣੇ ਉਹ ਬੱਚੇ ਸਮਝ ਕੇ ਪਾਲਦੇ ਰਹੇ। ਪਿਆਰਾ ਸਿੰਘ ਨੂੰ ਸਾਰੀ ਜ਼ਿੰਦਗੀ ਉਹਨਾਂ ਨੇ ਨਾਲ ਰੱਖਿਆ। ਅਕਸਰ ਜਿਹੜੇ ਬਜ਼ੁਰਗ ਨੇ, ਤੁਸੀਂ ਦੇਖਿਆ ਹੋਵੇਗਾ, ਅੱਜ ਤੋਂ 10-15 ਸਾਲ ਜਦੋਂ ਅਸੀਂ ਕਿਤੇ ਅੰਮ੍ਰਿਤਸਰ ਜਾਂਦੇ ਸਾਂ, ਭਗਤ ਜੀ ਘੰਟਾ ਘਰ ਦੇ ਬਾਰ-ਬਾਰ ਜਿੱਥੇ ਉਹਨਾਂ ਦਾ ਸਟਾਲ ਹੁੰਦਾ ਸੀ ਉੱਥੇ ਬੈਠੇ ਹੁੰਦੇ ਸਨ। ਸਿਰ 'ਤੇ ਉਹਨਾਂ ਦਾ ਕੇਸਰੀ ਜਿਹੜਾ ਸੀ ਪਰਨਾ, ਦਸਤਾਰ ਸਜਾਈ ਹੋਣੀ ਮੋਟੇ ਕੱਪੜੇ ਦੀ, ਕੋਲ ਬਾਟਾ ਪਿਆ ਹੋਣਾ, ਉਹ ਹਰ ਵੇਲੇ ਕੁਝ ਨਾ ਕੁਝ ਲਿਖਦੇ ਰਹਿੰਦੇ ਸਨ। ਕੋਲ ਉਹਨਾਂ ਦੇ ਪਿਆਰਾ ਸਿੰਘ ਬੈਠਾ ਹੁੰਦਾ ਸੀ ਔਰ ਉਹ ਪਿਆਰਾ ਸਿੰਘ ਦੀ ਸਾਰੀ ਜ਼ਿੰਦਗੀ ਉਹਨਾਂ ਨੇ ਸੇਵਾ ਕੀਤੀ। ਉਹ ਸੰਸਥਾ ਜਿਹੜੀ ਸੀ ਇੱਕ ਪਿੰਗਲਵਾੜੇ ਦਾ ਰੂਹ ਬਣ ਗਈ। ਸੈਂਕੜੇ ਰੋਗੀ ਜਿਹੜੇ ਦਿਮਾਗੀ ਤੌਰ 'ਤੇ ਪਰੇਸ਼ਾਨ ਨੇ ਉਹ, ਜਾਂ ਜਿਹੜੇ ਸਰੀਰਕ ਤੌਰ 'ਤੇ ਅਪਾਹਜ ਨੇ ਉਹ, ਜਾਂ ਯਤੀਮ ਨੇ, ਉਹਨਾਂ ਦੀ ਸੇਵਾ ਸੰਭਾਲ ਦੀ ਗੱਲ ਸ਼ੁਰੂ ਹੋ ਗਈ। ਪਿੰਗਲਵਾੜਾ ਇੱਕ ਭਗਤ ਪੂਰਨ ਸਿੰਘ ਜੀ ਦੀ ਬਹੁਤ ਵੱਡੀ ਯਾਦਗਾਰ ਹੈ। ਭਗਤ ਪੂਰਨ ਸਿੰਘ ਜੀ ਆਪ ਬੜੇ ਵਿਦਵਾਨ ਸਨ ਤੇ ਭਗਤ ਪੂਰਨ ਸਿੰਘ ਜੀ ਨੇ ਕੇਵਲ ਲੂਲਿਆਂ ਲੰਗੜਿਆਂ ਦੀ ਸੇਵਾ ਹੀ ਨਹੀਂ ਕੀਤੀ। ਭਗਤ ਪੂਰਨ ਸਿੰਘ ਜੀ ਜੇ ਬਾਜ਼ਾਰ 'ਚ ਤੁਰ ਪੈਂਦੇ, ਗਲੀਆਂ ਤੁਰ ਪੈਂਦੇ
जिथे कोई किल वट्टा मिलना वो चुकी जाना, किसी के पैरों ना लगे, जिथे गंदगी होनी वो साफ करते जाना, जे किते कोई गटर खुला है उत्ते खलो के उन्होंने पहला बंद करवाना, किसी का नुकसान ना होवे। समाज का हित उन्होंने मनां विच सी। इदों बाद वो हर वेले लिखते रहिंदे सन। अज भी तुसीं किते पिंगलवाड़े के स्टाल ते जाओ, उन्होंने लिखे हुए परचे तुहानूं मिलणगे, उन्हां दीयां बुक्स मिलणगियां। और सब तो ज़्यादा वो लिखते सन वातावरण ते, पानी ते, हवा ते, कि धरती नूं किवें बचाउणा है। अज तो कई साल पहलां भगत पूरन सिंह जी जो रौला पाउंदे सन, जो कहिंदे सन, ये गल वखरी कि साडा समाज बोला हो चुका है, अन्ना हो चुका है, साडियां हुकूमतां अनियां हो चुकियां ने। वो कहिंदे कि पंजाब मारूथल बन जाना है, पंजाब दे पानी का पद्धर बहुत नीवा हुंदा जा रहा, पंजाब बंजर हुंदा जा रहा, इहनूं बचा लो, दरख्त लगाओ। उन्हां दा कोई भी पैंफलेट जां किताब तुसीं पढ़ोगे, उहदे च उन्हां ने दरख्तां दे लाउण ते वध तों वध जोर कीता। उन्हां ने आप अपने हत्थीं बहुत दरख्त लगाए, अपने हत्थीं वातावरण ते उन्हां ने बहुत वड्डा काम कीता। और बहुत वड्डा लिटरेचर उन्हां ने वातावरण ते लिखिआ है। जदों तुसीं उन्हां दे स्टालां तो बुक्स लैके पढ़ोगे, फ्री दित्तियां जांदियां ने, हैरान होवोगे कि दुनिया के बड़े बड़े जिहड़े विद्वान होए ने वातावरण विग्यानी, उन्हां दीयां उदाहरणां लिया के उन्होंने लिख लिख के सानूं समझाया है कि आपां अपने इस समाज नूं बचाउणा किवें, धरती नूं बचाउणा किवें, वातावरण नूं बचाउणा किवें। इकल्ले भगत पूरन सिंह जी ने वो काम कर दिता जिन्हों गौरमेंटां नहीं कर सकदियां, बड़ा वड्डा कारज कर दिता। ये चल पे गुरु नानक साहब जी दे दसे मार्ग ते कि गुरु नानक साहब जी ने सानूं सेवा की दात दित्ती है। सेवा समाज की करके ही आपां वाहिगुरू दी खुशियां प्राप्त कर सकते हैं। जदों आपां ये कहने कि समुची मानवता च परमात्मा है, फिर मानवता की सेवा ही परमात्मा की सेवा है। सो भगत पूरन सिंह जी जिन्ना चिर इस धरती ते रहे, उन्होंने अपने हथीं मानवता की सेवा करके बहुत अपनी वाहिगुरू की रहमत प्राप्त की। भारत गौरमेंट ने उन्होंने पद्म श्री अवार्ड के नाल सन्मानित किया सी, पर जदों 1984 में श्री दरबार साहिब जी ते आर्मी ने हमला किया, उन्होंने रोस विच वापस करता कि तुहाडे सन्मान की मैनूं लोड़ नहीं जे तुसीं दरबार साहिब की बेअदबी करोगे। और दरबार साहिब की इन्नी वडियाई उन्होंने अपनी लिखतां च लिखी है कि हर सिख नूं जल्दी तो जल्दी दरबार साहिब दर्शन करने के लिए आउणा चाहिए। गुरबाणी दे नाल उन्हां दा इन्ना प्यार सी, गुरबाणी दे उपर उन्होंने बहुत खोज भरपूर अपने लेख लिखे ने और कुछ पुस्तकां उन्हां वल्लों प्रकाशित होईयां ने। उस महान हस्ती का अज यादगार जिहड़ी है समुचियां संगतां वल्लों मनाई जा रही है। मैं गल शुरू की सी कि दुनिया एक मुसाफरखाना है। कुछ वो लोग आउंदे इस मुसाफरखाने विच जिहड़े गंदगी पा के जांदे ने, जिहड़े समाज नूं गंदियां करके जांदे ने, समाज विच बुराइयां फैला के जांदे ने। पर कदी कदी इहो जिहे लोग आउंदे ने जिन्हां नूं आपां गुरमुख कहने आ। सतगुरु श्री गुरु अर्जन देव जी महाराज ने एक गल कही सी कि गुरमुख ते मनमुख विच की फर्क है। गुरमुख ते मनमुख च इदां फर्क है जिवें एक हीरा हुंदा है और उहदे मुकाबले एक पत्थर हुंदा है। हैगे ते दोवें पत्थर ही ने, लेकिन हीरा जिहड़ा उहदी चमक हुंदी है। हीरा जिहड़ा वो लोकां नूं रोशनी दिंदा है। हीरा अपना प्रकाश दूजियां ते भी पाउंदा है, लेकिन पत्थर जिहड़ा उहने की करना है, पत्थर तो अगे एक कोला भी हुंदा है, कोला दूजियां नूं कालियां ही करदा है। गुरमुख जिहड़े ने वो हीरे वांगू हुंदे ने, वो अपना प्रकाश दूजियां ते पाउंदे ने। और गुरमुख जिहड़े ने वो सारी जिंदगी दूसरियां लई ही जिउंदे ने। गुरु नानक साहब जी ने जिस गुरमुख की सिरजना की, वो गुरमुख जिहड़ा जिथे निर्माण हुंदा है, अपने मन विचों अपने मन की मत नूं मेट के मनुखता की सेवा करता है। जिथे गुरु की प्रभु की रजा च रह के विचरदा है, संसार च रहिंदा होया काम कर करदा होया वो निर्लेप रहिंदा है। सो गुरु नानक साहब जी महाराज का पंथ जिहड़ा है ये गुरमुखां दा पंथ है। और सिद्ध गोष्ठ बाणी पढ़ो, उत्थे सतगुरु जी ने गुरमुखां की बड़ी चर्चा की है। सतगुरु गुरु नानक साहब जी महाराज का जो गुरमुख पंथ है, ये बड़े बड़े इहो जे महान मनुखता के सेवादार होए, बड़े बड़े महान योधे होए। मनुखता की सेवा कई तरीकों के नाल की जा सकती है। कोई वातावरण की संभाल दे नाल सेवा कर रहा है, कोई गरीबां दुखियां की मदद करके सेवा कर रहा है, कोई अपनी कलम के नाल समाज दे विच चंगियां लिखतां दे के जिहदे नाल समाज दे विच बच्चिआं नूं चंगी सेध मिले, लोकां नूं चंगी सेध मिले, इहदे नाल भी सेवा कर सकदा है। सेवा दे बहुत वड्डे खेतर ने। कदी सेवा सी जिहड़ी आपां पक्खा झल के करदे सां, वो तो हुण आपां देखदे बिजली वाले पक्खे आ गए। कदी तप्पड़ झाड़ के सेवा करदे सां, वो भी घटदी चली जाती है। और होर बेअंत सेवावां जिहड़ियां ने वो गुरमत दे मार्ग च करन वालियां जिहड़ियां सतगुरू जी ने सानूं दित्तियां ने। सब तो वड्डी सेवा यह है इस वेले जो साडे समाज विच, वो है अपने वातावरण नूं बचाउणा।
ਆਪਣੇ ਸਮਾਜ ਨੂੰ ਜਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ, ਜਨਰੇਸ਼ਨ ਨੂੰ ਬਚਾਉਣ ਦੇ ਲਈ ਜੋ ਭਗਤ ਪੂਰਨ ਸਿੰਘ ਜੀ ਨੇ ਸਭ ਤੋਂ ਵੱਡਾ ਜ਼ੋਰ ਦਿੱਤਾ ਸੀ, ਵਾਤਾਵਰਣ ਨੂੰ ਬਚਾਓ, ਪਾਣੀ ਨੂੰ ਬਚਾਓ, ਦਰਖਤ ਲਗਾਓ, ਬੂਟੇ ਲਗਾਓ। ਸਭ ਤੋਂ ਵੱਡੀ ਲੋੜ ਹੈ ਅੱਜ ਸਾਨੂੰ ਸੁਚੇਤ ਹੋਣ ਦੀ, ਕਿਉਂਕਿ ਜੋ ਦੂਰ ਅੰਦੇਸੀ ਵਾਲੇ ਜਾਂ ਵਿਗਿਆਨਕ ਇਹ ਗੱਲ ਕਹਿੰਦੇ ਨੇ ਕਿ ਸਾਡੀ ਧਰਤੀ ਦੇ ਪਾਣੀ ਦਾ ਪੱਧਰ ਬਹੁਤ ਨੀਵਾਂ ਹੋ ਗਿਆ, ਖਾਸ ਕਰਕੇ ਪੰਜਾਬ ਦਾ। ਆਪਾਂ ਦੇਖਦੇ ਹਾਂ ਘਰ ਘਰ ਟਿਊਬਵੈੱਲ ਲੱਗੇ ਹੋਏ ਨੇ, ਪਿੰਡਾਂ ਚੱਲ ਜਾਓ ਹਰ ਪੈਲੀ ਦੇ ਉੱਪਰ ਬੋਰ ਕੀਤਾ ਹੋਇਆ, ਟਿਊਬਵੈੱਲ ਲੱਗੇ ਹੋਏ ਨੇ। ਜਿਹੜਾ ਪਾਣੀ ਕਦੀ 40-50 ਫੁੱਟ ਤੇ ਸੀ, ਉਹੀ ਪਾਣੀ ਜਿਹੜਾ ਹੈ 150, 200, 300 ਫੁੱਟ ਤੋਂ ਨੀਵਾਂ ਤੁਰਿਆ ਚੱਲਿਆ ਜਾ ਰਿਹਾ ਹੈ। ਇਹ ਖਤਰੇ ਦੀ ਘੰਟੀ ਹੈ ਸਾਡੇ ਲਈ ਆਉਣ ਵਾਲੇ ਸਮੇਂ 'ਚ। ਇਹਦੇ ਵੱਲ ਜੇ ਅਸੀਂ ਹੁਣ ਧਿਆਨ ਨਾ ਦਿੱਤਾ ਤੇ ਫਿਰ ਆਉਣ ਵਾਲੇ ਸਮੇਂ ਸਾਨੂੰ ਪਛਤਾਉਣਾ ਪਏਗਾ, ਪੰਜਾਬ ਬੰਜਰ ਬਣ ਜਾਏਗਾ। ਤੇ ਭਗਤ ਜੀ ਦਾ ਇਸੇ ਕੰਮ ਤੇ ਬਹੁਤ ਵੱਡਾ ਜ਼ੋਰ ਸੀ, ਸੇਵਾ ਸੀ ਕਿ ਆਪਾਂ ਰਲ ਮਿਲ ਕੇ ਆਪਣੇ ਵਾਤਾਵਰਣ ਨੂੰ ਬਚਾਈਏ। ਸੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਆਪਾਂ 10 ਗੁਰੂ ਸਾਹਿਬਾਂ ਤੱਕ ਜਦ ਇਤਿਹਾਸ ਪੜ੍ਹਦੇ ਹਾਂ, ਗੁਰੂ ਸਾਹਿਬਾਂ ਨੇ ਆਪਣੇ ਹੱਥੀਂ ਵਾਤਾਵਰਣ ਤੇ ਬਹੁਤ ਕੰਮ ਕੀਤਾ। ਦੇਖੋ ਸਤਿਗੁਰੂ ਜੀ ਨੇ ਥਾਂ ਥਾਂ ਤੇ ਬਾਗ ਲਵਾਏ, ਔਰ ਕਈ ਥਾਂ ਤੁਸੀਂ ਦੇਖੋਗੇ ਗੁਰੂ ਕੇ ਬਾਗ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ। ਇਹ ਗੱਲ ਵੱਖਰੀ ਹੈ ਕਿ ਹੁਣ ਸਿੱਖਾਂ ਨੇ ਉੱਥੇ ਭਾਵੇਂ ਰਾਜਸਥਾਨ ਦਾ ਪੱਥਰ ਲਗਾਤਾ, ਬੂਟਾ ਰਹਿਣ ਕੋਈ ਨਹੀਂ ਦਿੱਤਾ, ਨਾਮ ਗੁਰਦੁਆਰੇ ਦਾ ਗੁਰੂ ਕਾ ਬਾਗ ਹੀ ਹੈ। ਉਹ ਗੁਰੂ ਕਾ ਬਾਗ ਤਾਂ ਹੀ ਸੀ ਜੇ ਉੱਥੇ ਬਾਗ ਲਗਾਇਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਥਾਂ ਥਾਂ ਤੇ ਸਤਿਗੁਰੂ ਜੀ ਨੇ ਸਰੋਵਰ ਬਣਾਏ। ਇਹ ਸਰੋਵਰ ਸਾਡੀਆਂ ਇਤਿਹਾਸਕ ਮਹਾਨ ਯਾਦਗਾਰਾਂ ਨੇ। ਸਰੋਵਰ ਕੇਵਲ ਇਸ਼ਨਾਨ ਲਈ ਹੀ ਨਹੀਂ ਹੈ, ਸਰੋਵਰ ਵਾਤਾਵਰਣ ਨੂੰ ਬੜਾ ਸ਼ੁੱਧ ਰੱਖਦੇ ਨੇ, ਪਵਿੱਤਰ ਰੱਖਦੇ ਨੇ, ਔਰ ਇਹਦੇ ਨਾਲ ਹਵਾ ਬੜੀ ਤਰ ਰਹਿੰਦੀ ਹੈ। ਆਪਣੇ ਤੇ ਜਿਹੜੇ ਪਿੰਡਾਂ 'ਚ ਛੱਪੜ ਟੋਬੇ ਹੁੰਦੇ ਸਨ, ਉਹਨਾਂ ਦੀ ਬੜੀ ਮਹਾਨਤਾ ਸੀ। ਹੁਣ ਤੇ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਸਾਡੇ ਲੋਕ ਇੰਨੇ ਤ੍ਰਿਸ਼ਨਾਲੂ ਹੋ ਗਏ ਕਿ ਛੱਪੜਾਂ ਨੂੰ ਪੂਰ ਕੇ ਵੀ ਉੱਥੇ ਉਹਨਾਂ ਨੇ ਆਪਣੀਆਂ ਫਸਲਾਂ ਜਾਂ ਘਰ ਬਣਾਉਣੇ ਸ਼ੁਰੂ ਕਰ ਦਿੱਤੇ। ਆਪਣੀਆਂ ਜ਼ਮੀਨਾਂ ਨਾਲ ਬੰਦਾ ਰੱਜਦਾ ਹੀ ਨਹੀਂ ਹੈ, ਹਾਲਾਂਕਿ ਉਹਨਾਂ ਦੀ ਲੋੜ ਹੈ ਸਾਨੂੰ। ਤੁਸੀਂ ਬਾਹਰਲਿਆਂ ਮੁਲਕਾਂ ਵਿੱਚ ਜਾਓਗੇ, ਹਰ ਸ਼ਹਿਰ ਦੇ ਵਿੱਚ ਤੁਹਾਨੂੰ ਝੀਲਾਂ ਮਿਲਣਗੀਆਂ, ਵੱਡੇ ਵੱਡੇ ਤਲਾਬ ਮਿਲਣਗੇ, ਹਾਲਾਂਕਿ ਉਹ ਧਾਰਮਿਕ ਪੱਖ ਤੋਂ ਨਹੀਂ ਹੈ ਕਿ ਉੱਥੇ ਨਹਾ ਕੇ ਕੋਈ ਮੁਕਤੀ ਪ੍ਰਾਪਤ ਕਰਨੀ ਹੈ। ਅਸੀਂ ਤੇ ਧਾਰਮਿਕ ਪੱਖ ਤੋਂ ਜਿਹੜੇ ਬਣਾਏ ਉਹਨਾਂ ਨੂੰ ਵੀ ਨਹੀਂ ਸੰਭਾਲ ਸਕਦੇ। ਇਹ ਨਦੀਆਂ ਧਾਰਮਿਕ ਪੱਖ ਤੋਂ ਅਸੀਂ ਪੂਜਨੀਕ ਮੰਨਦੇ ਹਾਂ, ਜਿਵੇਂ ਗੰਗਾ ਹੈ, ਜਮਨਾ ਹੈ, ਹੋਰ ਤੁਸੀਂ ਨਾਸਿਕ ਚੱਲ ਜਾਓ ਉੱਥੇ ਗੋਦਾਵਰੀ ਨਦੀ ਹੈ। ਪਰ ਜਿਹਨੂੰ ਧਾਰਮਿਕ ਪੱਖ ਤੋਂ ਪੂਜਨੀਕ ਮੰਗਦੇ ਉਹਨਾਂ ਦਾ ਹਾਲ ਤੁਸੀਂ ਦੇਖ ਲਓ, ਕਿੰਨੀ ਗੰਦਗੀ ਪਾਈ ਹੋਈ ਹੈ। ਪਰ ਬਾਹਰਲੇ ਲੋਕ ਜਿਹੜੇ ਨੇ ਉਹ ਵਾਤਾਵਰਣ ਨੂੰ ਇੰਨਾ ਪਿਆਰ ਕਰਦੇ, ਹਰ ਸ਼ਹਿਰ 'ਚ ਝੀਲਾਂ ਮਿਲਣਗੀਆਂ, ਵਧੀਆ ਪਵਿੱਤਰ ਦਰਿਆ ਮਿਲਣਗੇ, ਉਹਨਾਂ ਦੇ ਜਿੰਨੇ ਪਾਣੀ ਦੇ ਸਰੋਤ ਨੇ ਉਹ ਬੜੇ ਤੁਹਾਨੂੰ ਸਾਫ਼ ਸੁਥਰੇ ਮਿਲਣਗੇ। ਇਹੀ ਕਾਰਨ ਹੈ ਕਿ ਉਹਨਾਂ ਵਾਤਾਵਰਣ ਨੂੰ ਸੰਭਾਲਿਆ ਹੋਇਆ। ਲੇਕਿਨ ਅਸੀਂ ਜਿੰਨੇ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਹਾਂ, ਉਹਨੇ ਅਸੀਂ ਇੱਧਰੋਂ ਲਾਪਰਵਾਹ ਹਾਂ। ਰੋਜ਼ ਗੁਰੂ ਕੀ ਬਾਣੀ ਪੜ੍ਹਦੇ, ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਪਹਿਲਾ ਬਾਣੀ ਜੀਓ ਹੈ ਜਿਤ ਹਰਿਆ ਸਭ ਕੋਏ, ਪਾਣੀ ਪਿਤਾ ਹੈ ਜਗਤ ਕਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਕਿ ਪਾਣੀ ਪਿਤਾ ਹੈ ਜਗਤ ਕਾ, ਜਾਂ ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਹੁਣ ਪੌਣ ਨੂੰ ਗੁਰੂ ਮੰਨਦੇ ਹਾਂ, ਪਾਣੀ ਨੂੰ ਅਸੀਂ ਪਿਤਾ ਮੰਨਦੇ ਹਾਂ, ਲੇਕਿਨ ਪੌਣ ਕਿੰਨੀ ਪ੍ਰਦੂਸ਼ਿਤ ਆਪਾਂ ਦੇਖਦੇ ਹਾਂ। ਪਾਣੀ ਤੁਸੀਂ ਦੇਖਣਾ ਤੇ ਨਹਿਰ 'ਚ ਗੰਦਗੀ ਪਈ ਦੇਖ ਲਓ। ਹਿੰਦੂ ਮੱਤ 'ਚ ਪਾਣੀ ਨੂੰ ਦੇਵਤਾ ਮੰਨਿਆ ਗਿਆ ਤੇ ਪਾਣੀ 'ਚ ਇੰਨੀ ਗੰਦਗੀ ਪਾਉਂਦੇ ਨੇ ਪੁਜਾਰੀ ਲੋਕ, ਕਹਿ ਕੇ ਆਪਣੇ ਸ਼ਰਧਾਲੂਆਂ ਨੂੰ ਜੋ ਗੰਦਗੀ ਆ ਉਹ ਪਾਣੀ ਵਿੱਚ ਜਾ ਕੇ ਸੁੱਟੀ ਜਾਂਦੀ ਹੈ। ਇਹਦਾ ਮਤਲਬ ਕਿ ਅਸੀਂ ਪਾਣੀ ਨੂੰ ਧਰਮ ਦੇ ਨਾਂ 'ਤੇ ਪ੍ਰਦੂਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਹਵਾ ਜਿਹੜੀ ਉਹ ਪ੍ਰਦੂਸ਼ਿਤ ਹੋ ਗਈ, ਔਰ ਇੱਥੇ ਬਸ ਨਹੀਂ, ਧਰਮ ਦੇ ਨਾਂ 'ਤੇ ਦਰਖਤਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਕਈ ਥਾਂ 'ਤੇ ਤੁਸੀਂ ਦੇਖੋਗੇ ਪਤਾ ਨਹੀਂ ਕਿਹੋ ਜਿਹੇ ਤਾਂਤਰਿਕ ਲੋਕ ਬੈਠੇ ਨੇ, ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾਉਣ ਵਾਲੇ। ਦਰਖਤਾਂ ਦੇ ਦੁਆਲੇ ਧਾਗੇ ਬੰਨੀ ਜਾਣੇ, ਦਰਖਤਾਂ ਦੇ ਤੇਲ ਡੋਲੀ ਜਾਣਾ, ਦਰਖਤਾਂ ਦੀਆਂ ਜੜ੍ਹਾਂ 'ਚ ਤੇਲ ਪਾਓਗੇ ਤੇ ਹਰੇ ਕਿੱਥੋਂ ਰਹਿਣਗੇ। ਇਹ ਕਾਹਦਾ ਧਰਮ ਹੈ ਜਾਂ ਇਹ ਕਾਹਦਾ ਕੋਈ ਜ਼ਿੰਦਗੀ ਸੁੱਖ ਮਾਣਨ ਦਾ ਤਰੀਕਾ ਹੈ। ਭਗਤ ਪੂਰਨ ਸਿੰਘ ਜੀ ਇੱਕ ਗੱਲ ਕਿਹਾ ਕਰਦੇ ਸਨ ਕਿ ਹਰ ਮਨੁੱਖ ਦਾ ਜ਼ਿੰਦਗੀ ਦੇ ਅੰਦਰ ਇੱਕ ਚਾਹ ਹੁੰਦਾ ਕਿ ਮੈਂ ਸਦਾ ਜਿਉਂਦਾ ਰਵਾਂ, ਲੰਮੀ ਉਮਰ ਜਿਉਵਾਂ। ਉਹ ਕਹਿੰਦੇ ਲੰਮੀ ਉਮਰ ਜਿਉਣ ਦਾ ਇੱਕੋ ਹੀ ਇੱਕ ਤਰੀਕਾ ਹੈ ਕਿ ਆਪਣੇ ਹੱਥੀਂ ਦਰਖਤ ਲਾਉਣੇ ਸ਼ੁਰੂ ਕਰ ਦਿਓ, ਉਹ ਦਰਖਤਾਂ ਦੇ ਰਾਹੀਂ ਤੁਸੀਂ ਜਿਉਂਦੇ ਰਹੋਗੇ। ਹੁਣ ਭਗਤ ਪੂਰਨ ਸਿੰਘ ਜੀ ਇਹੋ ਜਿਹਾ ਕਾਰਜ ਕਰ ਗਏ। ਪਿੰਗਲਵਾੜਾ ਉਹਨਾਂ ਦੀ ਇੱਕ ਮਹਾਨ ਯਾਦਗਾਰ ਹੈ। ਭਾਵੇਂ ਉਹ ਇਕੱਲੇ ਸਨ, ਉਹਨਾਂ ਵਿਆਹ ਨਹੀਂ ਕਰਾਇਆ, ਲੇਕਿਨ ਕਿੱਡਾ ਵੱਡਾ ਉਹਨਾਂ ਦਾ ਪਰਿਵਾਰ ਹੈ, ਕਿੰਨੀ ਦੁਨੀਆ ਉਹਨਾਂ ਨੂੰ ਚੇਤੇ ਕਰਦੀ ਹੈ। ਤੁਸੀਂ ਬਹੁਤ ਸਾਰੇ ਉਹ ਲੋਕ ਵੀ ਦੇਖੋਗੇ ਜਿਹੜੇ ਆਰਥਿਕ ਤੌਰ ਤੇ ਬੜੇ ਅਮੀਰ ਅਰਬਪਤੀ ਹੁੰਦੇ ਨੇ ਤੇ ਹੈਰਾਨ ਰਹਿ ਜਾਓਗੇ, ਬਾਅਦ ਚੋਂ ਬਿਰਧ ਆਸ਼ਰਮਾਂ 'ਚ ਜਾ ਕੇ ਰੁਲਦੇ ਨੇ, ਉਹਨਾਂ ਨੂੰ ਚੇਤੇ ਵੀ ਕੋਈ ਨਹੀਂ ਕਰਦਾ। ਜਿਨ੍ਹਾਂ ਨੇ ਲੋਕਾਂ ਨੂੰ ਲੁੱਟ ਕੇ ਆਪਣੇ ਰੁਤਬੇ ਬਣਾਏ ਹੁੰਦੇ ਨੇ ਜਾਂ ਉਹਨਾਂ ਨੇ ਜਾਇਦਾਦਾਂ ਬਣਾਈਆਂ ਹੁੰਦੀਆਂ ਨੇ। ਪਰ ਇੱਕ ਬੰਨੇ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਮਨੁੱਖਤਾ ਦੀ ਖਾਤਰ ਲਗਾ ਦਿੱਤੀ ਤੇ ਸਾਰੀ ਦੁਨੀਆ ਉਹਨਾਂ ਨੂੰ ਚੇਤੇ ਕਰਦੀ ਹੈ। ਉਹ ਕਿਆ ਕਰਦੇ, ਜੇ ਤੁਸੀਂ ਧਰਤੀ ਤੇ ਜਿਉਂਦੇ ਰਹਿਣਾ ਫਿਰ ਕੰਮ ਇਹੋ ਜਿਹੇ ਕਰੋ ਕਿ ਲੋਕਾਂ ਦੇ ਦਿਲਾਂ ਤੇ ਰਾਜ ਕਰੋ, ਦੁਨੀਆ ਤੁਹਾਨੂੰ ਸਦਾ ਚੇਤੇ ਰੱਖੇ। ਤੇ ਸਭ ਤੋਂ ਵੱਡਾ ਕੰਮ ਜਿਹੜਾ ਗੁਰਬਾਣੀ ਨੇ ਕਿ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੇ ਵਿਰਲਾ ਬੂਝੇ ਕੋਈ।
होर काम असीं बहुत करते हाँ, पर एक काम जिस काम दे करन लई आए हैं, जिस काम दे करन नाल साडा उधार होना है, जिस काम दे करन नाल दूसरिਆਂ ਦਾ उधार होना है, वो काम को विरला करता है। तो सतगुरु जी ने जिस गुरमुख की सिरजना की है, वो सारी जिंदगी यही परोपकार करता है। मिठा बोलन निव चलन हथों देना आप गुनाए, निमरता दे रहना, मिठे बचन बोलने, अपने हथी सेवा करनी, अनहोंदा आप वंडाए दी भावन दे नाल विचरना। सो उस महान आत्मा नूं अज दे दिन याद किया जाता है, जिन्हां ने अपने हथी मनुखता की अणतक सेवा की, घलना घाली, ते साडे लई बड़े बड़े पूरने पा गए कि जे जिंदगी ते सदा लई तुसीं धरती ते जिउंदे रहना चाहुंदे हो ते अपने हथी मनुखता की सेवा करो। मैं बेनती कर रहा सां कि गुरु नानक साहब जी समुची मानवता नूं दो नज़रां नाल देखदे, एक गुरमुख एक मनमुख। मनमुख वो है जिहड़ा रब की रजा तो उल्ट चलता है, और गुरमुख वो जिहड़ा रब की रजा विच विचरता है। गुरमुख सर अवसरगत जाने, गुरमुख परविरत निवृत वसाने। और गुरमुख जिहड़ा है वो जिंदगी अंदर चंगे माड़े नूं समझ के, अपने पराए तो उच्चियां उठ के, वैर विरोध तो उच्चियां उठ के, गुरमुख वैर विरोध गुनाह गवावै, गुरमुख सगली गणत मिटावै। वैर विरोध तो उच्चियां उठ के, बुरे भले तो उच्चियां उठ के, समुची मानवता दे विचों रब नूं देख के मनुखता की सेवा करता है। तो गुरु नानक साहब जी आए ही गुरमुख पंथ की सिरजना करने के लिए सन। सतगुरु जी सिद्धां नूं भी कहने कि गुरमुख खोज ते पए उदासी, गुरमुखां दी भाल च निकले आ। सतगुरु जी ने लभ ले भाई लालो जी वर्गे गुरमुख, भाई झंडे बाडी जी वर्गे गुरमुख, सज्जन ठग वर्गियां नूं भी सतगुरु जी ने गुरमुख बना दिता। और जिन्हां दी जिंदगी का प्रकाश होरना ते भी पिया। गुरबाणी सानू गुरमुख बनने के लिए प्रेरणा करती है। गुरमुख ही रब दे दर ते प्रवान हुंदा है। सतगुरु जी ने अमृत बाणी च गल कही है, ओअं गुरमुख कीओ आकारा। परमात्मा ने ये जिहड़ी धरती बनाई है ना, ये गुरमुख बनने के लिए बनाई है। गुरमुख बन के ही आपां रब दीआं नज़रां च प्रवान हो सकते हैं। वो गुरमुख तां बनिया जा सकता है, जिवें भाई साहब जी ने गल कही है कि उत्तम मध्यम नीच लख, गुरमुख नीचों नीच सदाए। धरती ते कई तरह के लोग ने, कोई अपने आप में बड़ा उच्चा गिणदा है, किसी नूं नीवां गिणदा है, किसी नूं मध वर्गी गिणिया जाता है। और गुरमुख नीचों नीच सदाए, गुरमुख अपने आप नूं सारियां तो नीवां गिणदा है। इत्थे ही बस नहीं है, गुरमुख की ये वडियाई भी है, पैरी पाए पाखाक होए, गुरमुख गुरसिख आप गवाए। वो गुरसिख जिहड़ा है, गुरमुख जिहड़ा है, रबी प्यारियां दी चरण धूड़ बन के, गुरु दी चरण धूड़ बन के अपने अंदरों अपनी भावना नूं खत्म कर दिंदा है, हंकार दी भावना नूं मेड़ दिंदा है। ते भाई साहब जी कहंदे अगे कि मिठा बोलन निव चलना, हथों देना आप गुनाए। मिठे बचन बोलने, निमरता च रहना, और हथों जे किसी नूं कुछ दे दिता जनाउणा नहीं है। सतगुरु साहब जी, भाई साहब जी कहंदे इस तरीके नाल गुरमुख सुखफल अलख लिखाए। गुरमुख गुरु दी मत दे राहीं सुख फल नूं प्राप्त कर लैंदा है। अलख दर्थ वो परमात्मा जिन्हों कोई जान नहीं सकता, उन्होंने वो जान के उहदे विच लिवलीन हो जाता है। सो आओ उस महान भगत पूर्ण सिंह जी जिन्हां ने अपने हथी मानवता की बड़ी सेवा की, आपां उन्हां दे दिते उपदेश, उन्हां दे पाए हुए पूर्णियां नूं चेते करिए। जिथे अपने हथी सेवा करनी है, उत्थे अपने वातावरण नूं, अपने समाज नूं संभालना ये साडी सारियां दी जिम्मेवारी है। असीं भी मुसाफिर हाँ, सारिਆਂ ने चले जाना है। जिवें सरां दे विच मुसाफिर रात कटदे ने चले जाते हैं, असीं भी जिंदगी की रात बतीत करके चले जाना है। पर कुछ वो मुसाफिर हुंदे जिहड़े समाज विच केवल गंदगी पाउण लई आउंदे ने, बुराइयां फैलाउण लई आउंदे ने। धर्म की है? धर्म केवल पाठ करना नहीं है। पाठ तां सानू धर्म की सोझी दिंदा है। पाठ करना जरूरी है, पता लगता है कि धर्म है की है। धर्म केवल धर्म स्थान ते बैठना ही नहीं है, धर्म स्थान ते सानू धर्म का ज्ञान दिंदे ने। इत्थों असीं धर्म सिੱਖਦੇ कि धर्म है की है। धर्म है विच दुनिया सेव कमाई है। आपां एक बचन पढ़ते, जाहे तहां ते धर्म चलाए, कुबुद्ध करन ते लोक हटाए। कि जाके धरती ते धर्म चलाओ तो कुबुद्ध करन ते लोक हटाए। लोकां नूं खोटे कम्मां तो वर्जना, ये है धर्म। धर्मी वो मनुख हुंदा है जिहड़ा समाज विचों बुराइयां नूं दूर करन लई संघर्ष करदा है, जिहड़ा समाज नूं वधिया बनाउण लई संघर्ष करदा है। हुण कुछ लोग वो ने जिहड़े धर्म दे नां ते लोकां नूं लड़ाउंदे ने, वो धर्मी नहीं अखवाए जा सकते, वो कदी धर्मी हो ही नहीं सकते। धर्म का उन्हां नूं ज्ञान ही नहीं है। इस करके धर्म है समाज विचों बुराइयां दे विरुद्ध संघर्ष करना, समाज विचों बुराइयां नूं दूर करन लई यतनशील होना।
ये धरती जो परमात्मा ने बनाई है, जिहदी वडियाई गुरु ग्रंथ साहिब जी ने की, फरीदा भूम रंगावली, ये धरती बड़ी रंगावली है। इनू धरन सुवन्नी खड़ रतन जड़ावी भी किया है। ये धरती जिहड़ी इन्नी, जिन्हों सतगुरु जी ने धर्मसाल किया है, परमात्मा ने इन्नी सोहनी बनाई मनुख दे लई, ते इस धरती नूं सोहणिया रखना ये मनुख की जिम्मेवारी है। जिवें सरां दे विच ठहरे हाँ, सरां नूं साफ रखना तो मुसाफरां की जिम्मेवारी है ना, कि जिथे ठहरे उन्होंने आपां सोहणिया बनाईए। पर जिहड़े सरां नूं ही गंदियां करनगे वो किहो जिहे गिणे जाणगे। इस करके धरती रब ने सोहणी बनाई है, कोई कसर बाकी नहीं छड्डी। जेकर गंदगी पई है तो ये मनुख की पाई हुई है। वो लोग जिहड़े जिन्हां नूं इस धरती ते रहना नहीं आउंदा। गुरबाणी विच सतगुरु जी ने एक गल कही है कि यह जगत ममता मूआ जीवन की बिद नाए। इस मनुख नूं इस धरती ते आके जीउण दी जाच नहीं आई। धरती महान है, धरती के उपर मनुखा जिंदगी बड़ी महान है, पर इस मनुख की जिंदगी च दुख तां ने, परेशानियां तां ने। गुरबाणी कहती इनू तो जीउणा ही नहीं आया, धरती ते रहना किवें, इनू रहना ही नहीं आया। तुसीं वधिया मुल्खां जाओगे ना, देखो असीं गिणदे कि साडा मुल्क, हर किसी नूं अपना मुल्क प्यारा हुंदा है, प्यारा होना चाहिए, मुल्क नूं अपने नूं धरती नूं प्यार करना चाहिए है। लेकिन असीं अपने मुल्क नूं प्यारा गिणदे हां। पर हैरानी की गल तां इह है, बच्चा पढ़दा इत्थे है तो वह पढ़ के कहता जाना मैं अमरीका ही है, वह जी नहीं इत्थे लगता, वह कहता मैं जाना कनेडा ही है। वह भावें एजेंटा नूं किन्ने किन्ने लखां रुपये दे के जाए, और आपां देखदे हां बार्डर पार करके मैक्सीको दे किन्नियां मुसीबतां झल के जांदे ने। वो क्यों जाते हैं? उसका कारण यह है कि उन्हां मुल्कां दे विच वातावरण बड़ा सोहना है, उन्हां मुल्कां दी एनवायरमेंट बड़ी वधिया है। इस करके उन्हां लोगों ने अपने मुल्क नूं संभालिया है। पर गुरु नानक साहिब जी ने सानू जो मार्ग दिता है कि जे इत्थे वधिया नहीं तो यह मतलब नहीं कि इत्थों असीं भज जाइए, आपां इहनूं वधिया बनाईए, आपां इहनूं सोहणिया बनाईए। वो सोहणिया तां बनेगा जे भगत पूਰਨ सिंह जी वर्गा जो सुभाਅ है, जां जिवें उन्होंने पूरने पाए ने, जो सतगुरु जी ने उपदेश दिता सी, वो संसार असीं भी आपो अपने थावां ते समाज की संभाल विच लग जाइए। ये समाज साडा अपना है, धरती अपनी है, इनू किसी पॉलीटिशियन ने वधिया नहीं बनाउणा। उन्होंने तो अपना 5 साल कढ़ने हैं, जिवें किवें लोकां नूं गुमराह करके वो कढ़ जांदे ने, होर आ जांदे, उदों ही अगे भैड़े आउंदे ने, उदों अगले होर भैड़े आउंदे ने। किसी विद्वान ने एक बड़ी सोहनी गल कही है कि मता सोचो कि वोटां किसी मसले का हल ने, ये तो लोगों की अखां 'च कट्टा पाउण दा एक तरीका है कि 5 कुछ सालों बाद हुण देखो ना सानूं आस वोटां आ गईयां, जे कर दांगे जे कर दांगे, रौला रप्पा पेगा, दौड़ भज करांगे, कोई खा पी के मौज मेला मार लेंगे, 5 साल फिर जुत्तियां खांदे रवांगे। ये किसी मसले का हल नहीं है। सब तो हल जिहड़ा वो तुसीं आप कढ़ना है कि अपनी सोच नूं वधिया बनाइए, अपने समाज नूं वधिया बनाइए, वातावरण नूं वधिया बनाइए। जे असीं ना संभले तो इहो जिहियां भयानक बीमारियां असीं आउण वाली जनरेशन लई पैदा कर दित्तियां ने, जिहदा कोई इलाज नहीं होएगा। भगत पूਰਨ सिंह नूं चंगे नाम दे नाल चेते कीता जांदा है, उन्हां समाज लई बहुत वधिया कीता है, ते जिहड़े माड़ा करके जांदे ने उन्हां नूं लोकी लांत ही पाउंदे रहिंदे ने। इस करके आओ जे इस जगत रूपी सरां 'च आए हां ते आपां उन्हां महापुरखां दे दर्शाए, गुरु साहिबां दे दर्शाए मार्ग ते चल के अपनी इस धरती नूं सोहणिया बनाउण वाले लगे बन्ने लगीए। सेवा का अर्थ यही है, मनुखता की सेवा, समाज की सेवा, धरती नूं संभालना, वातावरण नूं संभालना। गुरु नानक साहिब जी का यह पवित्र वचन, जे रब दीआं नज़रां 'च प्रवान होना है, फिर विच दुनिया सेव कमाई है, तां दरगे बैसन पाई है, कहो नानक बाहां लुड़ाई है। मनुखता की सेवा करने वाला इस धरती ते भी बहुत वड्डा मान प्राप्त कर लैंदा है, सत्कार प्राप्त कर लैंदा है। देखो भगत पूਰਨ सिंह जी ने कोई होर मार्का नहीं सी मारिया कि बड़े वो फैक्ट्रियां वाले सन, बड़े तगड़े बिजनेसमैन सन। इंडिया गौरमेंट ने उन्होंने अवार्ड एडा वड्डा क्यों दिता? होर जिहड़े मिले वो तो बेअंत ने, पद्म श्री अवार्ड कोई छोटा नहीं है। वो इस करके उन्होंने मनुखता की सेवा की है। इस करके मनुखता की सेवा करने वाला इस समाज विच भी और रब दीआं नज़रां 'च भी प्रमाण हो जाता है। जिहड़ा समाज लई, जिहड़ा मनुखता दे लई काम करदा है, रब की रहमत का पात्र वो बनता है। तो सतगुरु जी ने सानू मार्ग ही ये दिता है कि अपने हथी सेवा करिए। मैं बेनती शुरू की सी इत्थों कि दुनिया एक सरां है, सरां दे विच असीं मुसाफिर हाँ। कुछ मुसाफिर वो ने जिहड़े गंदगी पा के जांदे ने, समाज नूं विगाड़ के जांदे ने, बुराइयां पसार के जांदे ने, वो अपनी जिंदगी व्यर्थ कर जांदे ने। कुछ भागां वालियां वो रूहां ने जिन्होंने आपां गुरमुख कहने आ। जिवें हीरा जिहड़ा है वो दूजियां नूं चानण दिंदा है, प्रकाश दिंदा है, रोशनी हुंदी हीरे दे विच। इवें गुरमुख हीरे वांगू हुंदे ने,
ਉਹ ਜਿੱਥੇ ਹੁੰਦੇ ਨੇ ਉਹ ਪ੍ਰਕਾਸ਼ ਕਰਦੇ ਨੇ, ਲੋਕਾਂ ਨੂੰ ਸੁੱਖ ਦਿੰਦੇ ਨੇ। ਗੁਰੂ ਚਰਨਾਂ 'ਚ ਅਰਦਾਸ ਕਰੀਏ ਕਿ ਅਸੀਂ ਗੁਰੂ ਦੇ ਦੱਸੇ ਗੁਰਮੁਖ ਪੰਥ ਦੇ ਪਾਂਧੀ ਬਣੀਏ, ਗੁਰਬਾਣੀ ਦੇ ਰਾਹੀਂ ਆਪਣੀ ਜ਼ਿੰਦਗੀ ਨੂੰ ਸਵਾਰੀਏ, ਗੁਰਬਾਣੀ ਦੇ ਰਾਹੀਂ ਆਪਣੇ ਆਲੇ ਦੁਆਲੇ ਨੂੰ ਸਵਾਰੀਏ, ਵਾਤਾਵਰਣ ਨੂੰ ਸਵਾਰੀਏ। ਅੱਜ ਸਾਨੂੰ ਲੋੜ ਹੈ ਸਾਰਿਆਂ ਨੂੰ ਜਾਗਰੂਕ ਹੋਣ ਦੀ। ਔਰ ਕੋਈ ਵੀ ਕੰਮ ਕਦੀ ਔਖਾ ਨਹੀਂ ਹੁੰਦਾ। ਜਦੋਂ ਆਪਾਂ ਸਾਰੇ ਨਾਲ ਮਿਲ ਕੇ ਕਰਨਾ ਸ਼ੁਰੂ ਕਰ ਦੇਵਾਂਗੇ, ਆਪਣੇ ਆਪ ਸਭ ਕੁਝ ਸੋਹਣਾ ਬਣ ਜਾਏਗਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਆਪ ਨੂੰ ਬਹੁਤ ਸਿਆਣੇ ਤੇ ਧਾਰਮਿਕ ਗਿਣਦੇ ਨੇ, ਪਰ ਜਦੋਂ ਦੁਨੀਆ ਤੋਂ ਵੱਖਰੇ ਹੋ ਬੈਠੇ, ਉਹਨਾਂ ਨੂੰ ਇੱਕ ਉਲਾਮਾ ਦਿੱਤਾ ਸੀ ਕਿ ਜੇ ਸਮਾਜ ਡਿੱਗ ਗਿਆ ਤੇ ਤੁਹਾਡੀ ਵਜ੍ਹਾ ਕਰਕੇ ਡਿੱਗਿਆ। ਬਾਬਾ ਨਾਨਕ ਜੀ ਨੂੰ ਸੁਧ ਪੁੱਛਦੇ ਸੁਰਜ ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਬਾਬਾ ਆਖੇ ਨਾਹ ਜੀ ਸੱਚ ਚੰਦਰਮਾ ਕੂੜ ਅੰਧਾਰਾ। ਸਿੱਧ ਕਹਿੰਦੇ ਕਿ ਸਮਾਜ ਦਾ ਕੀ ਹਾਲ ਹੈ, ਆਪਣੀ ਭਾਰਤ ਭੂਮੀ ਦਾ ਕੀ ਹਾਲ ਚਾਲ ਹੈ। ਤੇ ਬਾਬਾ ਨਾਨਕ ਜੀ ਕਹਿਣ ਲੱਗੇ ਕਿ ਸੱਚ ਦਾ ਚੰਦਰਮਾ ਤੇ ਅਲੋਪ ਹੋ ਗਿਆ, ਕੂੜ ਦਾ ਹਨੇਰਾ ਪਸਰਿਆ ਪਿਆ। ਸਿੱਧ ਕਹਿੰਦੇ ਆਖਰ ਕਿਉਂ? ਸਤਿਗੁਰੂ ਕਹਿੰਦੇ ਸਿੱਧ ਛਪ ਬੈਠੇ ਪਰਮਤੀ, ਕੌਣ ਜਗਤ ਕੋ ਪਾਰ ਉਤਾਰਾ। ਤੁਹਾਡੇ ਵਰਗੇ ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ ਸਨ ਉਹ ਤੇ ਲੁਕ ਗਏ, ਪਰਬਤਾਂ 'ਚ ਭੋਰਿਆਂ 'ਚ ਲੁਕ ਗਏ ਜਾਂ ਵੱਖਰੇ ਹੋ ਗਏ ਸਮਾਜ ਤੋਂ। ਜਿਹੜੇ ਕਹਿੰਦੇ ਅਸੀਂ ਸਮਾਜ ਤੋਂ ਕੀ ਲੈਣਾ ਹੈ, ਦੁਨੀਆਦਾਰੀ ਤੋਂ ਕੀ ਲੈਣਾ ਹੈ, ਅਸੀਂ ਦੁਨੀਆ ਦੇ ਝਮੇਲਿਆਂ ਤੋਂ ਕੀ ਲੈਣਾ ਹੈ, ਉਹ ਤੇ ਵੱਖਰੇ ਹੋ ਗਏ। ਕੌਣ ਜਗਤ ਕੋ ਪਾਰ ਉਤਾਰਾ, ਫਿਰ ਜਗਤ ਦਾ ਪਾਰ ਉਤਾਰਾ ਕੌਣ ਕਰੇਗਾ। ਇਸ ਕਰਕੇ ਧਾਰਮਿਕ ਬੰਦਾ ਉਹੀ ਹੈ ਜਿਹੜਾ ਸਮਾਜ ਵਿੱਚ ਵਿਚਰ ਕੇ ਸਮਾਜ ਵਿੱਚ ਬੁਰਾਈਆਂ ਦੀ ਵਿਰੋਧਤਾ ਕਰਦਾ ਹੈ, ਜਿਹੜਾ ਸਮਾਜ ਵਿੱਚ ਵਿਚਰ ਕੇ ਸਮਾਜ ਦੇ ਭਲੇ ਲਈ ਵਿਚਰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤੇ ਸਾਨੂੰ ਮਾਰਗ ਹੀ ਬਹੁਤ ਵਧੀਆ ਦਿੱਤਾ ਹੈ ਕਿ ਜਿੱਥੇ ਕਿਰਤ ਕਰੋ, ਨਾਮ ਜਪੋ, ਉੱਥੇ ਵੰਡ ਕੇ ਛਕੋ। ਕਿਰਤ ਕਰਦਿਆਂ ਅਸੀਂ ਆਪ ਆਰਥਿਕ ਤੌਰ ਤੇ ਉੱਚੇ ਤੇ ਉੱਠਾਂਗੇ, ਨਾਮ ਜਪਦਿਆਂ ਆਤਮਿਕ ਤੌਰ ਤੇ ਅਸੀਂ ਬਲਵਾਨ ਹੋਵਾਂਗੇ। ਉੱਥੇ ਵੰਡ ਕੇ ਛਕਣ ਦੇ ਨਾਲ ਸਾਡਾ ਸਮਾਜ ਜਿਹੜਾ ਵਧੀਆ ਬਣੇਗਾ। ਸਮਾਜ ਨੂੰ ਵਧੀਆ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ, ਵੰਡ ਕੇ ਛਕਣ ਦਾ ਮਾਰਗ। ਇਹ ਉਹ ਦਾਨ ਨਹੀਂ ਹੈ ਜਿਹੜਾ ਭਾਰਤ ਦੀ ਧਰਤੀ ਤੇ ਬੜੇ ਚਿਰਾਂ ਤੋਂ ਹੁੰਦਾ ਆਇਆ। ਫਲਾਣੇ ਰਾਜੇ ਨੇ ਸੋਨੇ ਦਾ ਦਾਨ ਦਿੱਤਾ, ਫਲਾਣੇ ਨੇ ਧਰਤੀ ਦਾ ਦਾਨ ਦਿੱਤਾ, ਹੋਰ ਕਈ ਤਰ੍ਹਾਂ ਦੇ ਦਾਨ ਪ੍ਰਚਲ ਸਨ। ਉਸ ਦਾਨ ਦੇ ਨਾਲ ਕੋਈ ਹਿੰਦੁਸਤਾਨ ਅਮੀਰ ਨਹੀਂ ਹੋਇਆ। ਉਸ ਦਾਨ ਨੇ ਮੰਗਤੇ ਪੈਦਾ ਕੀਤੇ ਤੇ ਹੰਕਾਰੀ ਪੈਦਾ ਕੀਤੇ। ਦਾਨ ਦੇਣ ਵਾਲੇ ਦੇ ਮਨ 'ਚ ਹੰਕਾਰ ਆ ਗਿਆ, ਲੈਣ ਵਾਲੇ ਦੇ ਮਨ 'ਚ ਹੀਨ ਭਾਵਨਾ ਆ ਗਈ। ਤੁਸੀਂ ਦੇਖਦੇ ਧਰਮ ਸਥਾਨਾਂ ਦੇ ਬਾਹਰ ਕਿੰਨੇ ਮੰਗਣ ਲਈ ਚੌਂਕਾਂ 'ਚ ਖੜੇ ਨੇ। ਇਹ ਜਿਹੜੇ ਇਸ ਦਾਨ ਤੋਂ ਹੀ ਸ਼ੁਰੂ ਹੁੰਦੇ ਤੁਰੇ ਜਾਂਦੇ। ਆਪਾਂ ਕਹਿੰਦੇ ਕਿਸੇ ਨੂੰ 10 ਰੁਪਏ ਦੇ ਦਿਓ, ਇਹ ਦਾਨ ਹੈ। ਦਰਅਸਲ ਇਹ ਦਾਨ ਨਹੀਂ ਹੈ। ਦਾਨ ਤੇ ਇਹ ਹੈ ਕਿ ਕਿਸੇ ਮਨੁੱਖ ਨੂੰ ਇਸ ਤਰੀਕੇ ਨਾਲ ਉਹਦੀ ਮਦਦ ਕਰੋ ਕਿ ਉਹ ਆਪਣੇ ਪੈਰਾਂ ਤੇ ਖੜਾ ਹੋ ਜਾਏ, ਸਵੈਮਾਨ ਦੇ ਨਾਲ ਆਪਣੀ ਰੋਜੀ ਰੋਟੀ ਕਮਾਉਣ ਦੇ ਸਮਰੱਥ ਹੋ ਜਾਏ। ਉਹ ਦਾਨ ਜਿਹੜਾ ਹੈ ਕਿਸੇ ਨੂੰ ਵਿਦਿਆ ਦੇ ਕੇ ਵੀ ਹੋ ਸਕਦਾ ਹੈ। ਉਹ ਦਾਨ ਜਿਹੜਾ ਕਿਸੇ ਗਰੀਬ ਦੀ ਕਿਸੇ ਦਵਾਈ ਨਾਲ ਸੇਵਾ ਕਰਕੇ ਵੀ ਹੋ ਸਕਦਾ ਹੈ। ਉਹ ਦਾਨ ਜਿਹੜਾ ਕਿਸੇ ਭੁੱਲੇ ਭਟਕੇ ਨੂੰ ਰਸਤਾ ਦਰਸਾ ਕੇ ਵੀ ਹੋ ਸਕਦਾ ਹੈ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਮਾਰਗ ਦਿੱਤਾ ਵੰਡ ਕੇ ਛਕਣ ਦਾ। ਵੰਡ ਕੇ ਛਕਣ ਦਾ ਅਰਥ ਕੇਵਲ ਪ੍ਰਸ਼ਾਦੇ ਛਕਣ ਤੋਂ ਹੀ ਨਹੀਂ ਹੈ ਜਾਂ ਕੇਵਲ ਪੈਸੇ ਤੋਂ ਨਹੀਂ ਹੈ। ਵੰਡ ਕੇ ਛਕਣ ਦਾ ਅਰਥ ਹੈ ਕਿ ਜੇ ਤੁਹਾਡੇ ਕੋਲ ਗਿਆਨ ਬਹੁਤ ਹੈ, ਆਪਣੇ ਗਿਆਨ ਦਾ ਹੀ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰੋ, ਜਾਗਰਤੀ ਪੈਦਾ ਕਰੋ ਸਮਾਜ ਵਿੱਚ। ਇਹ ਵੀ ਤੇ ਵੰਡ ਕੇ ਛਕਣਾ ਹੈ। ਜੇ ਤੁਹਾਡੇ ਕੋਲ ਕੋਈ ਕਲਮ ਦੀ ਤਾਕਤ ਹੈ, ਤੁਹਾਡੇ ਕੋਲ ਪਦਵੀ ਆ ਗਈ ਹੈ, ਤੇ ਉਸ ਕਲਮ ਦੇ ਨਾਲ ਲੋਕਾਂ ਦੀ ਇਸ ਤਰੀਕੇ ਨਾਲ ਮਦਦ ਕਰੋ ਕਿ ਦੁਨੀਆ ਜਿਹੜੀ ਹੈ ਉਹ ਜ਼ਿੰਦਗੀ ਦੇ ਸਿੱਧੇ ਰਾਹ ਪੈ ਜਾਏ। ਬੜੀ ਹੈਰਾਨੀ ਦੀ ਗੱਲ ਹੈ, ਡਾਕਟਰ ਹੋਣਾ ਇੱਕ ਬਹੁਤ ਵਧੀਆ ਗੱਲ ਹੈ। ਡਾਕਟਰ ਪਦਵੀ ਬੜੀ ਸਤਿਕਾਰਯੋਗ ਹੈ, ਲੇਕਿਨ ਮੈਂ ਹੈਰਾਨ ਰਹਿ ਜਾਂਦਾ ਕਈ ਲੋਕੀ ਡਾਕਟਰੀ ਦੇ ਨਾਂ ਤੇ ਲੋਕਾਂ ਨੂੰ ਬੜੇ ਖੁਆਰ ਕਰਦੇ ਨੇ। ਮਰੀਜ਼ ਵਿਚਾਰਾ ਪਹਿਲਾਂ ਪਰੇਸ਼ਾਨ ਹੁੰਦਾ ਹੈ ਤੇ ਡਾਕਟਰ ਉਹਦੀ ਪਰੇਸ਼ਾਨੀ ਨੂੰ ਕਈ ਗੁਣਾ ਹੋਰ ਵਧਾ ਦਿੰਦੇ। ਉਹ ਵਿਚਾਰੇ ਧੱਕੇ ਖਾਂਦੇ ਰਹਿੰਦੇ ਨੇ। ਤੁਸੀਂ ਜਾਓਗੇ ਨਾ, ਬੜੀਆਂ ਬੜੀਆਂ ਆਪਣੀਆਂ ਐਡਵਰਟਾਈਜ਼ ਮਿਲਣਗੇ, ਆਓ ਤੁਹਾਡੇ ਰੋਗ ਦੂਰ ਹੋਣਗੇ। ਉਦੋਂ ਬਾਅਦ ਖੱਜਲ ਖੁਆਰੀ ਉੱਥੇ ਜਾ ਕੇ ਵੱਖਰੀ ਹੋਏਗੀ। ਜੇ ਤੁਹਾਨੂੰ ਰੱਬ ਨੇ ਕੋਈ ਇਹੋ ਜਿਹੀ ਦਾਤ ਦਿੱਤੀ ਹੈ, ਇਸ ਤਰੀਕੇ ਨਾਲ ਰੋਟੀ ਤੇ ਸਾਰਿਆਂ ਨੇ ਖਾਣੀ, ਤੁਹਾਨੂੰ ਹੱਕ ਹੈ, ਪਰ ਇਸ ਤਰੀਕੇ ਨਾਲ ਤੁਸੀਂ ਮਨੁੱਖਤਾ ਦੀ ਸੇਵਾ ਕਰੋ ਕਿ ਤੁਹਾਡੇ ਕਰਕੇ ਕੋਈ ਖੱਜਲ ਖੁਆਰ ਨਾ ਹੋਵੇ। ਜੇ ਤੁਹਾਡੇ ਕੋਲ ਕੋਈ ਹੋਰ ਤਾਕਤ ਹੈ, ਰੁਤਬਾ ਹੈ, ਜੇ ਧਨ ਹੈ, ਧਨ ਦੇ ਨਾਲ ਇਸ ਤਰੀਕੇ ਨਾਲ ਸਮਾਜ ਦੀ ਸੇਵਾ ਕਰੋ ਕਿ ਸਮਾਜ ਦੇ ਲੋਕ ਉਹਦੇ ਤੋਂ ਲਾਭ ਲੈ ਕੇ ਜਾਗਰੂਕ ਹੋ ਸਕਣ। ਇਹੋ ਜਿਹੇ ਦਾਨ ਦੀ ਲੋੜ ਹੈ ਔਰ ਇਹ ਦਾਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦਿੱਤਾ ਹੈ। ਆਓ ਭਗਤ ਪੂਰਨ ਸਿੰਘ ਜੀ ਨੇ ਆਪਣੀ ਸਾਰੀ ਜ਼ਿੰਦਗੀ ਮਨੁੱਖਤਾ ਦੀ ਖਾਤਰ ਦਾਨ ਕਰ ਦਿੱਤੀ ਔਰ ਉਹਨਾਂ ਦੀ ਇਹ ਲਗਨ, ਇਹ ਭਾਵਨਾ ਜਿੱਥੇ ਉਹਨਾਂ ਦੀ ਮਾਤਾ ਵੱਲੋਂ ਦਿੱਤੀ ਹੋਈ ਗੁੜਤੀ ਸੀ, ਪਿਆਰ ਸੀ ਗੁਰਬਾਣੀ ਦਾ। ਉਹ ਆਪ ਲਿਖਦੇ ਕਿ ਮੇਰੀ ਮਾਂ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੀ ਸੀ ਔਰ ਆਉਂਦੇ ਜਾਂਦੇ ਰਹੀਆਂ ਨੂੰ ਪਾਣੀ ਪਿਆਉਂਦੀ ਰਹਿੰਦੀ ਸੀ, ਬੜੀ ਸੇਵਾ ਕਰਦੀ ਸੀ। ਜਿੱਥੇ ਉਹ ਉਹਨਾਂ ਦੀ ਦਿੱਤੀ ਗੁੜਤੀ, ਉੱਥੇ ਉਹਨਾਂ ਦੇ ਮਨ 'ਚ ਜੋ ਅਸਰ ਪਿਆ ਗੁਰੂ ਘਰ 'ਚ ਜਾ ਕੇ, ਚੰਗੇ ਵਾਤਾਵਰਣ ਦਾ, ਚੰਗੇ ਸੇਵਾਦਾਰਾਂ ਦੇ ਵਿਹਾਰ ਦਾ ਅਸਰ ਪਿਆ। ਉਹ ਸਿੱਖੀ ਦੇ ਨਾਲ ਇਹੋ ਜਿਹੇ ਜੁੜੇ ਕਿ ਉਹ ਇੱਕ ਸੰਸਥਾ ਬਣ ਗਏ। ਬੜੀ ਵੱਡੀ ਉਹਨਾਂ ਨੇ ਸੰਸਥਾ ਕਾਇਮ ਕਰ ਦਿੱਤੀ। ਉਸ ਮਹਾਨ ਹਸਤੀ ਦਾ ਅੱਜ ਯਾਦਗਾਰੀ ਦੇਣ ਹੈ। ਅੱਜ ਦੇ ਦਿਨ ਉਹ ਚਲਾਣਾ ਕੀਤੇ ਸਨ ਜੀ।
ਆਪਾਂ ਜਿੱਥੇ ਭਗਤ ਪੂਰਨ ਸਿੰਘ ਜੀ ਦੀ ਜ਼ਿੰਦਗੀ ਤੋਂ ਸੇਧ ਲੈਣੀ ਹੈ, ਉੱਥੇ ਜਦੋਂ ਜਾਓ ਪਿੰਗਲਵਾੜੇ ਜ਼ਰੂਰ ਜਾਇਆ ਕਰੋ, ਆਪਣੇ ਹੱਥੀਂ ਕੁਝ ਸੇਵਾ ਵੀ ਕਰਿਆ ਕਰੋ। ਦੇਖਿਆ ਕਰੋ ਕਿ ਐਨੇ ਸੈਂਕੜੇ ਲੋਕਾਂ ਨੂੰ ਸੰਭਾਲਣਾ ਉਹਨਾਂ ਦਾ ਕਿੱਡਾ ਵੱਡਾ ਖਰਚਾ ਹੈ, ਕਿਸ ਤਰੀਕੇ ਨਾਲ ਉਹ ਚਲਾਉਂਦੇ ਰਹੇ, ਇਕੱਲੇ ਤੁਰੇ ਸਨ ਤੇ ਕਿੱਡਾ ਵੱਡਾ ਉਹਨਾਂ ਨੇ ਕਾਫਲਾ ਬਣਾ ਦਿੱਤਾ। ਔਰ ਇਹੀ ਹੈ ਤਰੀਕਾ ਸਮਾਜ ਨੂੰ ਵਧੀਆ ਬਣਾਉਣ ਦਾ ਕਿ ਜੇ ਕੋਈ ਲੋੜਵੰਦ ਹੈ ਉਹਦੀ ਸੰਭਾਲ ਕੀਤੀ ਜਾਏ, ਜੇ ਕੋਈ ਦੁਖੀ ਹੈ ਉਹਦੀ ਮਦਦ ਕੀਤੀ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ, ਅਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਗੁਰਮੁਖ ਪੰਥ ਦੇ ਪਾਂਧੀ ਬਣ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ ਜੀ। ਉਸ ਮਹਾਨ ਆਤਮਾ ਨੂੰ ਆਪਾਂ ਇਹੀ ਸੱਚੀ ਸੁੱਚੀ ਸ਼ਰਧਾਂਜਲੀ ਦੇ ਸਕਦੇ ਹਾਂ ਕਿ ਜੋ ਉਹਨਾਂ ਨੇ ਵਾਤਾਵਰਣ ਨੂੰ ਸੰਭਾਲਣ ਦੇ ਲਈ ਸਾਨੂੰ ਅਵੇਅਰ ਕੀਤਾ ਹੈ, ਪਾਣੀ ਨੂੰ ਹਵਾ ਨੂੰ ਸੰਭਾਲਣ ਦੇ ਲਈ ਅਵੇਅਰ ਕੀਤਾ ਹੈ, ਅਸੀਂ ਸਾਰੇ ਜਾਗਰੂਕ ਹੋਈਏ, ਆਪੋ ਆਪਣੀ ਜ਼ਿੰਮੇਵਾਰੀ ਸਮਝੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਪਿਆਰ ਦੇ ਨਾਲ ਗੁਰਬਾਣੀ ਕੀਰਤਨ ਦਾ ਆਨੰਦ ਮਾਣੋ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ